ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਹੀ ਗੁਰੂ ਪਿਆਰਿਆਂ ਨੂੰ ਜੀ ਆਇਆਂ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਅਸੀਂ ਜਪ ਬਾਣੀ ਜਿਹਨੂੰ ਸਤਿਕਾਰ ਨਾਲ ਅਸੀਂ ਜਪਜੀ ਸਾਹਿਬ ਆਖਦੇ ਹਾਂ, ਉਹਦੀ ਲੜੀਵਾਰ ਵਿਚਾਰ ਕਰ ਰਹੇ ਹਾਂ। ਲੜੀਵਾਰ ਵਿਚਾਰ ਦੀ ਸੇਵਾ ਵੀਰ ਪ੍ਰਭਕੀਰਤ ਸਿੰਘ ਜੀ ਮੋਹਾਲੀ ਤੋਂ ਉਹ ਨਿਭਾ ਰਹੇ ਹਨ। 4 ਪੌੜੀਆਂ ਦੀ ਵਿਚਾਰ ਅਸੀਂ ਪਹਿਲਾਂ ਸੰਪੂਰਨ ਕਰ ਚੁੱਕੇ ਹਾਂ। ਅੱਜ 5ਵੀਂ ਪੌੜੀ ਤੋਂ ਵਿਚਾਰ ਆਰੰਭ ਹੋਏਗੀ। तो मैं बेनती कर रहा हाँ वीर प्रभ कीर्तन सिंह जी ਨੂੰ कि ਉਹ ਅੱਜ ਦੀ ਵਿਚਾਰ ਆਰੰਭ ਕਰਨ। ਵੀਰ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਜਿਵੇਂ ਕਿ ਵੀਰ ਜੀ ਨੇ ਦੱਸਿਆ ਹੈ, ਅੱਜ ਦੀ ਵਿਚਾਰ ਅਸੀਂ 5ਵੀਂ ਪੌੜੀ ਤੋਂ ਆਰੰਭ ਕਰਾਂਗੇ। ਦਰਅਸਲ 5ਵੀਂ ਤੇ 6ਵੀਂ ਪੌੜੀ ਦੋਵਾਂ ਦਾ ਥੀਮ ਕਾਮਨ ਹੈ। ਤੋਂ ਅੱਜ ਅਸੀਂ ਆਰੰਭਤਾ ਦੇ ਵਿੱਚ ਇਹਨਾਂ ਦੋਵਾਂ ਦਾ ਪਾਠ ਕਰਾਂਗੇ ਅਤੇ ਉਸ ਤੋਂ ਬਾਅਦ ਫਿਰ ਸਮੇਂ ਦੇ ਮੁਤਾਬਕ ਅੱਗੇ ਵਿਚਾਰ ਸ਼ੁਰੂ ਕਰਾਂਗੇ। ਆਓ ਸਭ ਤੋਂ ਪਹਿਲਾਂ ਇਹਨਾਂ 2 ਪੌੜੀਆਂ ਦਾ ਇੱਕ ਵਾਰੀ ਸਾਰੇ ਮਿਲ ਕੇ ਪਾਠ ਕਰ ਲਈਏ ਜੀ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਾ ਸਮਾਈ। ਗੁਰ ਈਸ਼ਰ ਗੁਰ ਗੋਰਖ ਬਰਮਾ, ਗੁਰ ਪਾਰਵਤੀ ਮਾਈ। ਜੇ ਹੋ ਜਾਣਾ ਆਖਾ ਨਹੀਂ, ਕਹਿਣਾ ਕਥਨ ਨਾ ਜਾਈ। ਗੋਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਏ ਕਰੀ। ਜੇਤੀ ਸਿਰਠ ਉਪਾਈ ਵੇਖਾਂ, ਵਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਵਾਹਿਗੁਰੂ ਜੀ। ਗੁਰੂ ਪਿਆਰਿਓ, ਆਪਾਂ ਸਾਰੇ ਰਲ ਮਿਲ ਕੇ 4 ਪੌੜੀਆਂ ਦੀ ਵਿਚਾਰ, ਜਿਹੜੀ ਸਾਡੀ ਪ੍ਰਮੁੱਖ ਬਾਣੀ ਹੈ ਸਿੱਖ ਧਰਮ ਦੀ, ਜਿਹਦੀ ਵਿਸ਼ੇਸ਼ ਇੰਪੋਰਟੈਂਸ ਹੈ, ਜਿਹਨੂੰ ਅਸੀਂ ਸਤਿਕਾਰ ਨਾਲ ਜਪਜੀ ਸਾਹਿਬ ਕਹਿੰਦੇ ਹਾਂ, ਉਸ ਦੀਆਂ 4 ਪੌੜੀਆਂ ਦੀ ਆਪਾਂ ਵਿਚਾਰ ਕਰ ਚੁੱਕੇ ਹਾਂ। ਵਿਚਾਰ ਤਾਂ ਕਿ ਇਹ ਸਮਝਣ ਦਾ ਇੱਕ ਨਿਮਾਣਾ ਜਿਹਾ ਯਤਨ ਹੈ, ਜਿਹੜਾ ਕਿ ਅਸਲੀ ਪਰਪਸ ਤਾਂ ਇਹਦਾ ਇਹ ਹੈ ਕਿ ਸਾਡੇ ਅੰਦਰ ਕੋਈ ਥੋੜੀ ਜਿਹੀ ਸਟਿਮੂਲੇਸ਼ਨ ਹੋਵੇ ਕਿ ਅਸੀਂ ਇਹਦੇ ਬਾਰੇ ਵਿਚਾਰ ਕਰਕੇ ਪਾਠ ਕਰਨਾ ਸ਼ੁਰੂ ਕਰੀਏ। ਸਾਨੂੰ
ਪ੍ਰੇਰਨਾ ਮਿਲੇ ਕਿ ਅਸੀਂ ਅਰਥਾਂ ਵੱਲ ਧਿਆਨ ਕਰਕੇ ਪਾਠ ਕਰਨਾ ਸ਼ੁਰੂ ਕਰੀਏ। ਇਹ ਜੋ ਅਰਥ ਆਪਾਂ ਕਰ ਰਹੇ ਹਾਂ, ਇਹ ਇੱਕ ਸਟਾਰਟਿੰਗ ਪੁਆਇੰਟ ਤਾਂ ਹੋ ਸਕਦਾ ਹੈ, ਇਹ ਇੱਕ ਫਾਈਨਲ ਵਰਸ਼ਨ ਨਹੀਂ ਸਾਨੂੰ ਟ੍ਰੀਟ ਕਰਨਾ ਚਾਹੀਦਾ। ਇਹਦੇ 'ਚ ਗਲਤੀਆਂ ਵੀ ਹੋਣਗੀਆਂ, ਉਕਾਈਆਂ ਵੀ ਹੋਣਗੀਆਂ, ਤੇ ਜਿਉਂ-ਜਿਉਂ ਸਮੇਂ ਦੇ ਨਾਲ ਸਾਨੂੰ ਹੋਰ ਸਮਝ ਪ੍ਰਾਪਤ ਹੋਏਗੀ, ਤਿਉਂ-ਤਿਉਂ ਸਾਨੂੰ ਹੋਰ ਡੂੰਘਾਈ ਵਿੱਚ ਜਾਣ ਦਾ ਮੌਕਾ ਵੀ ਮਿਲੇਗਾ। ਆਪਾਂ ਸ਼ੁਰੂ ਕਰੀਏ ਜੀ। ਥਾਪਿਆ ਨਾ ਜਾਏ, ਕੀਤਾ ਨਾ ਹੋਏ। ਹੁਣ ਇਸ ਤੋਂ ਪਹਿਲਾਂ ਜੋ ਪ੍ਰਕਰਨ ਚੱਲ ਰਿਹਾ ਸੀ ਚੌਥੀ ਪੌੜੀ ਦੇ ਵਿੱਚ, ਸਤਿਗੁਰਾਂ ਨੇ ਸਾਨੂੰ ਨਾਮ ਮਾਰਗ ਦੇ ਨਾਲ ਜੋੜਨ ਦੀ ਜੋ ਸਿੱਖਿਆ ਦਿੱਤੀ ਸੀ ਕਿ ਉਸ ਪ੍ਰਭੂ ਦੀ ਪ੍ਰਾਪਤੀ ਦੇ ਲਈ ਸਾਨੂੰ ਜਦੋਂ ਨਾਮ ਦੇ ਨਾਲ ਜੁੜਨ ਦਾ ਇੱਕ ਸਾਧਨ ਹੈ ਜੋ ਗੁਰਮਤਿ ਦੇ ਵਿੱਚ ਪ੍ਰਵਾਨ ਹੈ, ਸਾਨੂੰ ਉਸ ਦੇ ਬਾਰੇ ਸਤਿਗੁਰਾਂ ਨੇ ਜਾਣੂ ਕਰਵਾਇਆ ਸੀ, ਸਿੱਖਿਆ ਦਿੱਤੀ ਸੀ ਕਿ ਅਸੀਂ ਨਾਮ ਸਿਮਰਨ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਅਸੀਂ ਅੰਮ੍ਰਿਤ ਵੇਲੇ ਦੇ ਸਮੇਂ ਉੱਠ ਕੇ ਉਸ ਪ੍ਰਭੂ ਦੇ ਸਿਮਰਨ ਦੇ ਵਿੱਚ ਮਗਨ ਹੋਈਏ, ਉਸ ਦੇ ਵਡਿਆਈਆਂ ਦੀ ਵਿਚਾਰ ਕਰੀਏ, ਗੁਣਾਂ ਦੀ ਯਾਦ ਕਰੀਏ। ਤੋ ਜਦੋਂ ਅਸੀਂ ਇਸ ਰਸਤੇ ਤੇ ਤੁਰਦੇ ਹਾਂ ਤੇ ਇੱਕ ਸੁਚੱਜੇ ਅਧਿਆਪਕ ਵਾਂਗ, ਇੱਕ ਸੁਚੱਜੇ ਗੁਰੂ ਵਾਂਗ ਸਤਿਗੁਰੂ ਸਾਡੀ ਕਦਮ ਕਦਮ ਤੇ ਅਗਵਾਈ ਕਰਦੇ ਹਨ। ਇਹ ਅਗਲੀਆਂ ਪੌੜੀਆਂ ਦੇ ਵਿੱਚ ਸਤਿਗੁਰੂ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਅਸੀਂ ਤਤ ਵਸਤੂ ਇਹ ਤਾਂ ਸਮਝ ਲਈ ਕਿ ਅਸਾਂ ਉਹਦੇ ਵਿੱਚ ਗੁਰਮਤਿ ਦੇ ਵਿੱਚ ਜਾਣਾ ਹੈ, ਨਾਮ ਸਿਮਰਨ ਦੇ ਵਿੱਚ ਜਾਣਾ ਹੈ, ਅਤੇ ਨਾਮ ਸਿਮਰਨ ਕਰਦਿਆਂ ਹੋਇਆਂ ਅਸੀਂ ਪ੍ਰਭੂ ਦੀ ਪ੍ਰਾਪਤੀ ਕਰਨੀ ਹੈ। ਜੋ ਮੁੱਢਲਾ ਸਾਡਾ ਮਨੋਰਥ ਸੀ ਕਿ ਜੋ ਪਹਿਲੀ ਪੌੜੀ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਇੰਟਰੋਡਿਊਸ ਕੀਤਾ ਸੀ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਤਾਂ ਉਹ ਜੋ ਮਨੋਰਥ ਹੈ ਸਾਡੇ ਜੀਵਨ ਦਾ ਕਿ ਅਸੀਂ ਕਿਵੇਂ ਕੂੜ ਦੀ ਪਾਲ ਨੂੰ ਤੋੜ ਕੇ ਉਸ ਸਚਿਆਰ ਪ੍ਰਭੂ ਦੇ ਨਾਲ ਜੁੜਨਾ ਹੈ ਤੇ ਆਪਣੇ ਹਿਰਦੇ ਵਿੱਚ ਉਸ ਸਚਿਆਰ ਪ੍ਰਭੂ ਨੂੰ ਵਸਾਉਣਾ ਹੈ। ਤੋ ਨਾਮ ਜਪਦਿਆਂ ਹੋਇਆਂ ਅੱਗੇ ਸਾਨੂੰ ਕੀ ਵਿਚਾਰ ਕਰਕੇ ਨਾਮ ਜਪਣ ਦੀ, ਨਾਮ ਦੇ ਮਾਰਗ ਤੇ ਤੁਰਨ ਦੀ ਲੋੜ ਹੈ, ਸਤਿਗੁਰੂ ਇਹਨਾਂ ਦੋ ਪੌੜੀਆਂ ਦੇ ਵਿੱਚ ਸਾਨੂੰ ਉਹ ਦ੍ਰਿੜ ਕਰਾ ਰਹੇ ਹਨ। ਤੋ ਸਤਿਗੁਰੂ ਸ਼ੁਰੂ ਕਰਦੇ ਹਨ ਕਿ ਉਹ ਅਕਾਲ ਪੁਰਖ ਜਿਸ ਦੇ ਨਾਲ ਅਸੀਂ ਜੁੜਨਾ ਹੈ, ਜੋ ਸਚਿਆਰ ਹੈ, ਜਿਸ ਦੇ ਨਾਮ ਦਾ ਅਸੀਂ ਸਿਮਰਨ ਕਰਨਾ ਹੈ, ਜਿਸ ਦੇ ਗੁਣਾਂ ਦਾ ਅਸੀਂ ਵਿਚਾਰ ਕਰਨਾ ਹੈ, ਉਹ ਥਾਪਿਆ ਨਾ ਜਾਏ। ਇਹਦੇ ਦੋ ਤਰ੍ਹਾਂ ਨਾਲ ਅਰਥ ਕਰ ਲਏ ਜਾਂਦੇ ਹਨ। ਇੱਕ ਥਾਪਿਆ ਨਾ ਜਾਏ ਦਾ ਅਰਥ ਇਉਂ ਕਰ ਦਿੱਤਾ ਜਾਂਦਾ ਹੈ ਕਿ ਜਿਵੇਂ ਕਿਸੇ ਮੰਦਿਰ ਦੇ ਵਿੱਚ ਮੂਰਤੀ ਦਾ ਅਸੀਂ ਸਥਾਪਨ ਕਰਦੇ ਹਾਂ, ਉਹਨੂੰ ਥਾਪਦੇ ਹਾਂ, ਉਸ ਤਰ੍ਹਾਂ ਪ੍ਰਭੂ ਨੂੰ ਥਾਪਿਆ ਨਹੀਂ ਜਾ ਸਕਦਾ। ਪਰ ਪ੍ਰੋਫੈਸਰ ਸਾਹਿਬ ਸਿੰਘ ਨੇ ਜੋ ਅਰਥ ਕੀਤੇ ਹਨ ਉਹ ਕੁਝ ਜ਼ਿਆਦਾ ਢੁਕਵੇਂ ਜਾਪਦੇ ਹਨ ਕਿ ਥਾਪਿਆ ਦਾ ਅਰਥ ਜੋ ਹੈ ਉਹ ਨਿੰਮਿਆ ਕੀਤਾ ਹੈ ਉਹਨਾਂ ਨੇ। ਜਿਵੇਂ ਮਨੁੱਖ ਦੇ ਵਾਸਤੇ ਜਦੋਂ ਮਨੁੱਖ ਜਨਮ ਤੋਂ ਪਹਿਲੇ ਮਾਤ ਗਰਭ ਵਿੱਚ ਸਥਾਪਿਤ ਹੁੰਦਾ ਹੈ ਤਾਂ ਉਸ ਨੂੰ ਨਿੰਮਿਆ, ਉਹਨੂੰ ਥਾਪਿਆ ਜਾਣਾ, ਉਸ ਦੇ ਨਾਲ ਕਨੈਕਟ ਕੀਤਾ ਹੈ ਉਹਨਾਂ ਨੇ। ਤੋ ਜੇ ਉਹਨਾਂ ਅਰਥਾਂ ਵਿੱਚ ਲਈਏ ਤਾਂ ਥਾਪਿਆ ਨਾ ਜਾਏ ਦਾ ਅਰਥ ਸਪਸ਼ਟ ਇਹ ਬਣਦਾ ਹੈ ਕਿ ਅਕਾਲ ਪੁਰਖ ਨਾ ਤਾਂ ਪੈਦਾ ਹੁੰਦਾ ਹੈ ਜਾਂ ਪੈਦਾ ਕੀਤਾ ਨਹੀਂ ਜਾ ਸਕਦਾ, ਤੇ ਦੂਸਰਾ ਕੀਤਾ ਨਾ ਹੋਏ। ਕੀਤਾ ਦਾ ਅਰਥ ਹੈ ਬਣਾਉਣਾ। ਅਕਾਲ ਪੁਰਖ ਨੂੰ ਬਣਾਇਆ ਵੀ ਨਹੀਂ ਜਾ ਸਕਦਾ। ਤਾਂ ਹੁਣ ਇੱਥੇ ਦੋ ਇਸ਼ਾਰੇ ਸਤਿਗੁਰੂ ਨੇ ਕਰ ਦਿੱਤੇ। ਪਹਿਲਾ ਤਾਂ ਉਹੀ ਹੈ ਜੋ ਮੂਲ ਮੰਤਰ ਵਿੱਚ ਦੱਸਿਆ ਸੀ ਕਿ ਅਕਾਲ ਪੁਰਖ ਪੈਦਾ ਨਹੀਂ ਹੁੰਦਾ, ਨਾ ਉਹਨੂੰ ਪੈਦਾ ਕੀਤਾ ਜਾ ਸਕਦਾ ਹੈ, ਭਾਵ ਉਹ ਅਜੂਨੀ ਹੈ, ਅਤੇ ਨਾ ਹੀ ਉਸ ਨੂੰ ਬਣਾਇਆ ਜਾ ਸਕਦਾ ਹੈ। ਜਿਵੇਂ ਕਿ ਅਸੀਂ ਦੇਵਤਿਆਂ ਜਾਂ ਹੋਰ ਧਾਰਮਿਕ ਜਿਹੜੇ ਸਾਡੇ ਇਸ਼ਟ ਹਨ ਉਹਨਾਂ ਦੀਆਂ ਅਸੀਂ ਮੂਰਤੀਆਂ ਬਣਾ ਕੇ ਉਹਨਾਂ ਦੀ ਪੂਜਾ ਕਰਦੇ ਹਾਂ। ਸਤਿਗੁਰੂ ਕਹਿੰਦੇ ਹਨ ਆਪੇ ਆਪ ਨਿਰੰਜਨ ਸੋਏ, ਕਿਉਂਕਿ ਉਹ ਅਕਾਲ ਪੁਰਖ ਉਹ ਆਪ ਹੀ ਆਪ ਹੈ, ਆਪਣੇ ਆਪ ਤੋਂ ਹੀ ਹੈ। ਜਿਵੇਂ ਅਸੀਂ ਮੂਲ ਮੰਤਰ ਵਿੱਚ ਵੀ ਪੜ੍ਹਦੇ ਹਾਂ ਕਿ ਉਹ ਸਹਿਭੰਗ ਹੈ। ਇੱਥੇ ਸਤਿਗੁਰੂ ਨੇ ਇੱਕ ਲਫ਼ਜ਼ ਵਰਤਿਆ ਹੈ, ਉਹ ਨਿਰੰਜਨ ਪ੍ਰਭੂ ਆਪ ਹੀ ਆਪ ਹੈ।
सोए तो भाव ਉਹੀ ਆਪ ਹੈ, ਉਹ ਨਿਰੰਜਨ ਪ੍ਰਭੂ। तो इत्थे सतगुरुओं ने निरंजन शब्द, निरंजन विशेषण अकाल पुरख वास्ते वरतिया है। असी ये नहीं सोच सकते कि यह कुदरती ही वरतिया गया है। इस दे पिछे भी जिवें एक गुरु का कोई मनोरथ हुंदा है। निरंजन का अर्थ है निरंजन। अंजन भाव वैसे तो कालख मतलब हुंदा है, लेकिन आम तौर पर असी इहनूं माया के वास्ते वरतदे हां। वो निरंजन है, भाव वो माया तो परे है। जे असी इस तो पहली पंक्ति वाल ध्यान दईए तो उहदे विच दोनों अवस्थावां जिन्हां दा जिक्र किया गया है, पैदा होने का ते बनाए जाण दा, वो दोनों ही मादी हालत दीयां अवस्थावां हन, मादे नाल संबंधित हैं, जिहड़ा माया का एक रूप है। ते इत्थे अकाल पुरख नूं उन्हां ने निरंजन कह के इहदे उत्ते एक बारी फिर सानूं दृढ़ करा दिता है कि वह अकाल पुरख मादी हालत तो परे है। ਅਤੇ इस तरह ਦੀਆਂ मादी ਸਰੂਪਾਂ ਨੂੰ, ਚਾਹੇ ਉਹ ਸਰੀਰ ਦੇ ਰੂਪ ਵਿੱਚ ਅਸੀਂ ਉਹਨੂੰ ਤਸੱਵਰ ਕਰੀਏ ਉਹਦਾ, ਜਾਂ ਕਿਸੇ ਮੂਰਤੀ ਦੇ ਰੂਪ ਵਿੱਚ ਤਸੱਵਰ ਕਰੀਏ, ਉਹ ਦੋਨੋਂ ਹੀ ਉਹਦੇ ਤੇ ਲਾਗੂ ਨਹੀਂ ਹੋ ਸਕਦੀਆਂ, ਕਿਉਂਕਿ ਉਹ ਨਿਰੰਜਨ ਹੈ। तो ਜਦੋਂ ਨਿਰੰਜਨ ਸ਼ਬਦ ਦੇ ਅਰਥਾਂ ਦੇ ਨਾਲ ਪਹਿਲੀ ਪੰਕਤੀ ਦਾ ਅਸੀਂ ਕਨੈਕਟ ਕਰਦੇ ਹਾਂ ਤਾਂ ਗੱਲ ਜਿਹੜੀ ਹੈ ਉਹ ਹੋਰ ਕਲੀਅਰ ਹੋ ਜਾਂਦੀ ਹੈ। ਕਿਉਂਕਿ ਜਿਵੇਂ ਅਸੀਂ ਅੱਗੇ ਜਾ ਕੇ ਸਰੀਰ ਦੀ ਗੱਲ ਵੀ ਕੀਤੀ ਹੈ, ਤੇ ਸਤਿਗੁਰੂ ਨੇ ਅੱਗੇ ਵੀ ਇੱਕ ਥਾਂ ਤੇ ਮੋਹਰ ਲਾਈ ਹੈ 30ਵੀਂ ਪੌੜੀ ਦੇ ਵਿੱਚ, ਜਦੋਂ ਸਰੀਰ ਦੀ ਜਾਂ ਮੂਰਤ ਵਾਲਿਆਂ ਨੂੰ ਸਤਿਗੁਰੂ ਨੇ ਮਾਇਆ ਦੀ ਉਪਜ ਕਿਹਾ ਹੈ। ਉੱਥੇ ਉਹ ਗੱਲ ਕਰਦੇ ਨੇ ਤਿੰਨ ਜੋ ਪ੍ਰਮੁੱਖ ਤ੍ਰਿਕੁਟੀ ਜਿਹੜੀ ਆ ਤ੍ਰਿਮੂਰਤੀ ਮੰਨੀ ਜਾਂਦੀ ਹੈ ਇਹਨਾਂ ਦੀ ਸਨਾਤਨੀ ਮਤ ਦੀ, ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਦੀ, ਉਹਦਾ ਜ਼ਿਕਰ ਕਰਦੇ ਹੋਏ ਕਹਿੰਦੇ ਹਨ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਕਿ ਭਾਵ ਇੱਕ ਮਾਈ ਕਿਸੇ ਜੁਗਤ ਦੇ ਨਾਲ ਉਸਨੇ ਜਨਮ ਦਿੱਤਾ ਤਿੰਨ ਚੇਲਿਆਂ ਨੂੰ, ਤਿੰਨ ਪੁੱਤਰਾਂ ਨੂੰ, ਜਿਹੜੇ ਤਿੰਨ ਦੇਵਤਿਆਂ ਦੇ ਰੂਪ ਵਿੱਚ ਪ੍ਰਸਿੱਧ ਹੋਏ, ਤਿੰਨ ਪ੍ਰਮੁੱਖ ਦੇਵਤਿਆਂ ਦੇ ਰੂਪ ਵਿੱਚ। ਤੇ ਇੱਥੇ ਮਾਈ ਕਿਸ ਨੂੰ ਕਿਹਾ ਹੈ? ਮਾਇਆ ਨੂੰ ਕਿਹਾ ਹੈ। ਭਾਵ ਜੋ ਵੀ ਜੀਵ ਜਨਮ ਲੈਂਦਾ ਹੈ ਉਹ ਮਾਇਆ ਦੀ ਹੀ ਉਪਜ ਹੈ। ਤੇ ਜੇ ਅਸੀਂ ਕੋਈ ਮੂਰਤੀ ਬਣਾਉਂਦੇ ਹਾਂ ਉਹ ਤਾਂ ਸਪਸ਼ਟ ਤੌਰ ਤੇ ਹੀ ਮਾਦੀ ਹੈ, ਮਾਇਆ ਦੀ ਹੀ ਉਪਜ ਹੈ। ਤੇ ਸਤਿਗੁਰੂ ਕਹਿੰਦੇ ਹਨ ਕਿ ਅਕਾਲ ਪੁਰਖ ਦੇ ਉੱਤੇ ਇਹ ਦੋਨੋਂ ਅਵਸਥਾਵਾਂ ਲਾਗੂ ਨਹੀਂ ਹੋ ਸਕਦੀਆਂ। ਤਾਂ ਅਰਥ ਕੀ ਹੋਇਆ ਕਿ ਅਸੀਂ ਜੁੜਨਾ ਹੈ ਉਸ ਆਪੇ ਆਪ ਨਿਰੰਜਨ ਸੋਏ, ਉਸ ਅਕਾਲ ਪੁਰਖ ਨਾਲ ਜੋ ਮਾਦੀ ਹਾਲਤ ਤੋਂ ਪਰੇ ਹੈ, ਆਪ ਹੀ ਆਪ ਹੈ, ਅਜੂਨੀ ਹੈ, ਸਹਿਭੰਗ ਹੈ। ਅਸੀਂ ਉਸ ਅਕਾਲ ਪੁਰਖ ਦੇ ਨਾਲ ਜੁੜਨਾ ਹੈ। ਮਤਲਬ ਕੋਈ ਭੁਲੇਖਾ ਖਾ ਕੇ ਅਸੀਂ ਕਿਸੇ ਹੋਰ ਰੂਪ ਦੇ ਵਿੱਚ ਉਹਨੂੰ ਆਪਣੇ ਸਾਹਮਣੇ ਇਮੇਜਿਨ ਕਰ ਲਈਏ ਤੇ ਉਹਦੀ ਪੂਜਾ ਕਰਨੀ ਸ਼ੁਰੂ ਕਰ ਦਈਏ, ਨਹੀਂ। ਸਤਿਗੁਰੂ ਕਹਿੰਦੇ ਹਨ ਕਿ ਅਸੀਂ ਉਸ ਨਿਰੰਜਨ ਅਕਾਲ ਪੁਰਖ ਨੂੰ ਹੀ ਆਪਣਾ ਇਸ਼ਟ ਮੰਨ ਕੇ ਉਹਦੇ ਨਾਲ ਜੁੜਨਾ ਹੈ। ਤੇ ਅੱਗੇ ਸਤਿਗੁਰੂ ਕਹਿੰਦੇ ਹਨ ਕਿ ਕੇਵਲ ਉਸ ਪ੍ਰਭੂ ਦੇ ਨਾਲ ਹੀ ਜੁੜਨ ਦੇ ਨਾਲ ਹੀ ਸਾਡੀ ਪ੍ਰਵਾਨਗੀ ਹੋ ਸਕਦੀ ਹੈ। ਜਿਨ ਸੇਵਿਆ ਤਿਨ ਪਾਇਆ ਮਾਨ। ਵਡਿਆਈ ਉਸੇ ਨੂੰ ਹੀ ਮਿਲਦੀ ਹੈ ਜਿਸ ਮਨੁੱਖ ਨੇ ਅਕਾਲ ਪੁਰਖ ਨੂੰ ਸੇਵਿਆ ਹੈ। ਸੇਵਿਆ ਭਾਵ ਉਸ ਨੂੰ ਸਿਮਰਿਆ ਹੈ, ਉਹਦੇ ਨਾਲ ਜੁੜਿਆ ਹੈ, ਉਸੇ ਨੇ ਹੀ ਵਡਿਆਈ ਪਾਈ ਹੈ। ਤਾਂ ਇਹ ਕੰਡੀਸ਼ਨ ਸਤਿਗੁਰੂ ਨੇ ਕਹੀ ਕਿ ਵਡਿਆਈ ਕੇਵਲ ਉਸੇ ਨੂੰ ਹੀ ਮਿਲੀ ਹੈ ਜੋ ਅਕਾਲ ਪੁਰਖ ਨਾਲ ਜੁੜਿਆ ਹੈ, ਉਹਨੂੰ ਸੇਵਦਾ ਹੈ, ਉਹਨੂੰ ਪੂਜਦਾ ਹੈ, ਉਹਨੂੰ ਸਿਮਰਦਾ ਹੈ, ਉਸੇ ਤੇ ਟੇਕ ਰੱਖਦਾ ਹੈ। ਕੇਵਲ ਉਹੀ ਉਸ ਦੇ ਦਰ ਤੇ ਕਬੂਲ ਹੁੰਦਾ ਹੈ, ਉਸ ਦੇ ਦਰ ਤੇ ਪ੍ਰਵਾਨ ਹੁੰਦਾ ਹੈ। ਤਿੰਨ ਪਾਇਆ ਮਾਨ। ਤਾਂ ਫਿਰ ਸਾਨੂੰ ਕਰਨਾ ਕੀ ਚਾਹੀਦਾ ਹੈ? ਨਾਨਕ ਗਾਵੀਐ ਗੁਣੀ ਨਿਧਾਨ। ਸੋ ਹੇ ਨਾਨਕ, ਆਓ ਅਸੀਂ ਵੀ ਉਸ ਦੇ ਗੁਣਾਂ ਦੇ ਖਜ਼ਾਨੇ ਦੀ, ਗੁਣੀ ਨਿਧਾਨ, ਉਸ ਗੁਣਾਂ ਦੇ ਖਜ਼ਾਨੇ ਦੀ ਸਿਫਤ ਸਲਾਹ ਕਰੀਏ। ਭਾਵ ਅਕਾਲ ਪੁਰਖ ਦੇ ਗੁਣਾਂ ਦੇ ਨਾਲ ਜੁੜੀਏ, ਉਹਦੇ ਗੁਣਾਂ ਨੂੰ ਚੇਤੇ ਕਰੀਏ, ਉਸ ਅਕਾਲ ਪੁਰਖ ਨੂੰ ਆਪਣਾ ਇਸ਼ਟ ਬਣਾ ਕੇ ਉਸ ਦੇ ਗੁਣਾਂ ਨਾਲ ਜੁੜੀਏ। ਤਾਂ ਇੱਥੇ ਸਤਿਗੁਰੂ ਨੇ ਲਫ਼ਜ਼ ਵਰਤਿਆ ਹੈ ਗਾਵੀਐ ਗੁਣੀ ਨਿਧਾਨ, ਬਈ ਉਸ ਦੇ ਗੁਣਾਂ ਨੂੰ ਅਸੀਂ ਗਾਈਏ।
ਤਾਂ ਪਰ ਗਾਈਏ ਤਾਂ ਕਿਵੇਂ ਗਾਈਏ? ਇਹ ਵੀ ਇੱਕ ਅੱਗੇ ਸਵਾਲ ਆ ਗਿਆ ਕਿ ਅਸੀਂ ਕਿਸ ਤਰ੍ਹਾਂ ਗਾਣਾ ਹੈ। ਤੇ ਸਤਿਗੁਰੂ ਨੇ ਉਸ ਦੀ ਵਿਧ ਵੀ ਸਾਨੂੰ ਦੱਸੀ ਹੈ, ਵਿਧੀ ਦੱਸ ਦਿੱਤੀ ਹੈ ਅੱਗੇ, ਕਿ ਗਾਵੀਐ ਸੁਣੀਐ ਮਨ ਰੱਖੀਐ ਭਾਵ। ਆਓ ਅਕਾਲ ਪੁਰਖ ਦੇ ਗੁਣ ਗਾਵੀਏ, ਆਓ ਅਕਾਲ ਪੁਰਖ ਦੇ ਗੁਣ ਸੁਣੀਏ ਅਤੇ ਮਨ ਦੇ ਵਿੱਚ ਉਸ ਦਾ ਪ੍ਰੇਮ ਟਿਕਾਈਏ। ਭਾਵ ਦਾ ਅਰਥ ਹੈ ਪ੍ਰੇਮ। ਮਨ ਦੇ ਵਿੱਚ ਰੱਖੀਐ, ਮਨ ਦੇ ਵਿੱਚ ਉਸ ਦਾ ਭਾਵ, ਉਸ ਦਾ ਪ੍ਰੇਮ ਟਿਕਾ ਕੇ ਰੱਖੀ। ਤਾਂ ਇਸ ਦਾ ਅਰਥ ਇਹ ਹੋਇਆ ਕਿ ਗੁਣ ਗਾਉਣ ਦੇ ਲਈ ਵੀ ਮਨ ਦੇ ਵਿੱਚ ਪ੍ਰੇਮ ਟਿਕਾਉਣਾ ਜ਼ਰੂਰੀ ਹੈ। ਜਦ ਤੱਕ ਮਨ ਦੇ ਵਿੱਚ ਪ੍ਰੇਮ ਨਹੀਂ ਟਿਕਾਇਆ, ਉਦੋਂ ਤੱਕ ਉਸ ਢੰਗ ਨਾਲ ਅਸੀਂ ਗਾ ਵੀ ਨਹੀਂ ਸਕਦੇ ਜਿਸ ਦੇ ਨਾਲ ਉਸ ਨਾਲ ਜੁੜਿਆ ਜਾ ਸਕਦਾ ਹੈ। ਜੇ ਉਸ ਦੇ ਗੁਣ ਸੁਣਨੇ ਹਨ ਤਾਂ ਸੁਣਨ ਲੱਗਿਆਂ ਵੀ ਸਾਨੂੰ ਪ੍ਰੇਮ ਦੀ ਜ਼ਰੂਰਤ ਹੈ। ਮਨ ਦੇ ਵਿੱਚ ਪ੍ਰੇਮ ਰੱਖ ਕੇ ਉਸ ਦੇ ਗੁਣਾਂ ਨੂੰ ਸੁਣਾਂਗੇ ਤੇ ਤਾਂ ਹੀ ਅਸੀਂ ਉਸ ਦੇ ਗੁਣਾਂ ਦੇ ਨਾਲ ਜੁੜ ਸਕਦੇ ਹਾਂ। ਤੇ ਜੇ ਦੂਸਰੀ ਤਰ੍ਹਾਂ ਇਹਨੂੰ ਸਮਝਣ ਦਾ ਯਤਨ ਕਰੀਏ ਕਿ ਜੇ ਗਾਉਣਾ ਹੈ, ਸੁਣਨਾ ਹੈ, ਮਨ ਦੇ ਵਿੱਚ ਪ੍ਰੇਮ ਰੱਖਣਾ ਹੈ, ਤਾਂ ਅਸੀਂ ਗਾਈਏ ਇਸ ਤਰ੍ਹਾਂ, ਇਸ ਢੰਗ ਨਾਲ ਗਾਈਏ ਕਿ ਸਾਡੇ ਮਨ ਦੇ ਵਿੱਚ ਉਸ ਦਾ ਪ੍ਰੇਮ ਵਸ ਜਾਵੇ। ਅਸੀਂ ਸੁਣੀਏ ਵੀ ਇਸ ਤਰ੍ਹਾਂ ਕਿ ਮਨ ਦੇ ਵਿੱਚ ਪ੍ਰੇਮ ਵਸ ਜਾਏ। ਗੱਲ ਕੀ, ਮੁੱਕਦੀ ਗੱਲ ਇੱਥੇ ਹੀ ਹੈ ਕਿ ਜਦੋਂ ਤੱਕ ਮਨ ਦੇ ਵਿੱਚ ਉਸ ਦੇ ਪ੍ਰਤੀ ਪ੍ਰੇਮ ਉਹ ਨਹੀਂ ਹੈ, ਉਦੋਂ ਤੱਕ ਗਾਵਿਆ ਸੁਣਿਆ ਵੀ ਉਹ ਅਸਰ ਨਹੀਂ ਰੱਖ ਸਕਦਾ ਜੋ ਅਸਰ ਅਸੀਂ ਚਾਹੁੰਦੇ ਹਾਂ, ਜੋ ਫਲ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ। ਤੇ ਅਸੀਂ ਫਲ ਕੀ ਪ੍ਰਾਪਤ ਕਰਨਾ ਚਾਹੁੰਦੇ ਹਾਂ? ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਤੋ ਜਿਹੜਾ ਮਨੁੱਖ ਇਸ ਢੰਗ ਦੇ ਨਾਲ ਗਾਉਂਦਾ ਹੈ, ਸੁਣਦਾ ਹੈ, ਉਹ ਆਪਣੇ ਮਨ ਵਿੱਚ ਪ੍ਰਭੂ ਦਾ ਪਿਆਰ ਟਿਕਾ ਲੈਂਦਾ ਹੈ। ਤਾਂ ਉਹ ਦੁੱਖਾਂ ਨੂੰ ਦੂਰ ਕਰਕੇ, ਵੈਸੇ ਇੱਥੇ ਦੁੱਖ ਜੋ ਹੈ ਔਂਕੜ ਦੇ ਨਾਲ ਹੈ, ਸਿੰਗੂਲਰ ਰੂਪ ਵਿੱਚ ਵਰਤਿਆ ਗਿਆ ਹੈ, ਤਾਂ ਉਹ ਦੁੱਖ ਨੂੰ ਗਵਾ ਲੈਂਦਾ ਹੈ, ਉਸ ਨੂੰ ਦੂਰ ਕਰ ਲੈਂਦਾ ਹੈ ਤੇ ਸੁੱਖ ਘਰ ਲੈ ਜਾਏ। ਘਰ ਦਾ ਭਾਵ ਇੱਥੇ ਹਿਰਦਾ ਹੈ ਤੇ ਉਹ ਸੁੱਖ ਨੂੰ ਆਪਣੇ ਘਰ ਦੇ ਵਿੱਚ ਲੈ ਆਉਂਦਾ ਹੈ। ਤਾਂ ਇੱਥੇ ਦੁੱਖ ਇੱਕ ਖਾਸ ਦੁੱਖ ਦੀ ਗੱਲ ਕੀਤੀ ਗਈ ਤੇ ਸੁੱਖ ਇੱਕ ਖਾਸ ਸੁੱਖ ਦੀ ਗੱਲ ਕੀਤੀ ਜਾ ਰਹੀ ਹੈ। ਤਾਂ ਇੱਥੇ ਗੱਲ ਹੈ ਕਿ ਉਸ ਪ੍ਰਭੂ ਨਾਲੋਂ ਵਿਛੋੜੇ ਦਾ ਦੁੱਖ ਜੋ ਸਾਨੂੰ ਖੁਆਰ ਕਰਦਾ ਹੈ, ਤੇ ਉਸ ਪ੍ਰਭੂ ਨਾਲ ਜੁੜਨ ਦਾ ਸੁੱਖ ਜੋ ਸਾਡੇ ਹਿਰਦੇ ਵਿੱਚ ਆ ਜਾਂਦਾ ਹੈ ਜਦੋਂ ਅਸੀਂ ਉਸ ਦੇ ਨਾਲ ਜੁੜ ਰਹੇ ਹਾਂ। ਤਾਂ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਹੁਣ ਦੁੱਖ ਉਹੀ ਹੈ ਜਿਸ ਦਾ ਜ਼ਿਕਰ ਸ਼ੁਰੂ ਤੋਂ ਹੀ ਸਤਿਗੁਰਾਂ ਨੇ ਕੀਤਾ ਹੈ, ਪਹਿਲੀ ਪੌੜੀ ਦੇ ਵਿੱਚ ਹੀ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਇਹ ਜਿਹੜੀ ਕੂੜ ਦੀ ਪਾਲ ਹੈ ਉਹ ਸਾਡਾ ਸਭ ਤੋਂ ਵੱਡਾ ਦੁੱਖ ਹੈ, ਤੇ ਸਚਿਆਰ ਹੋਣਾ ਹੀ ਸਾਡਾ ਸਭ ਤੋਂ ਵੱਡਾ ਸੁੱਖ ਹੈ ਜੋ ਸਾਡੇ ਹਿਰਦੇ ਦੇ ਵਿੱਚ ਆ ਜਾਏਗਾ। ਜਦੋਂ ਸਾਡੇ ਹਿਰਦੇ ਵਿੱਚ ਉਹ ਸਚਿਆਰ ਪ੍ਰਭੂ ਦਾ ਵਾਸਾ ਹੋਏਗਾ ਤਾਂ ਸਾਡੇ ਹਿਰਦੇ ਦੇ ਵਿੱਚ ਸੁੱਖ ਦਾ ਵੀ ਵਾਸਾ ਹੋ ਜਾਵੇਗਾ। ਤਾਂ ਸਤਿਗੁਰੂ ਕਹਿੰਦੇ ਹਨ ਕਿ ਇਹ ਸਾਰਾ ਕੁਝ ਕਰਨ ਦੇ ਵਾਸਤੇ ਸਾਡੇ ਕੋਲ ਸਾਧਨ ਕੀ ਹੈ? ਉਸ ਦੇ ਗੁਣ ਗਾਉਣ ਲਈ, ਉਸ ਦੇ ਮਨ ਦੇ ਵਿੱਚ ਉਸ ਦਾ ਪ੍ਰੇਮ ਰੱਖਣ ਲਈ, ਦੁੱਖਾਂ ਨੂੰ ਕੱਟਣ ਲਈ, ਹਿਰਦੇ ਵਿੱਚ ਸੁੱਖ ਦਾ ਵਾਸਾ ਕਰਨ ਦੇ ਲਈ ਸਾਡੇ ਕੋਲ ਢੰਗ ਕੀ ਹੈ? ਅਸੀਂ ਕੀ ਕਰੀਏ? ਸਾਨੂੰ ਕੀ ਕਰਨ ਦੀ ਲੋੜ ਹੈ? ਤਾਂ ਸਤਿਗੁਰੂ ਅੱਗੇ ਦੱਸਦੇ ਹਨ, ਗੁਰਮੁਖ ਨਾਦਨ, ਗੁਰਮੁਖ ਵੇਦਨ, ਗੁਰਮੁਖ ਰਹਿਆ ਸਮਾਈ, ਗੁਰ ਈਸ਼ਰ, ਗੁਰ ਗੋਰਖ ਬ੍ਰਹਮਾ, ਗੁਰ ਪਾਰਬਤੀ ਮਾਈ। ਤਾਂ ਸਤਿਗੁਰੂ ਕਹਿੰਦੇ ਹਨ ਕਿ ਗੁਰੂ ਦੇ ਰਾਹੀਂ ਹੀ ਪ੍ਰਭੂ ਦਾ ਨਾਮ, ਭਾਵ ਇੱਥੇ ਜੋ ਲਫ਼ਜ਼ ਨਾਦਨ ਆਇਆ ਹੈ, ਇਸ ਨਾਦ ਦਾ ਓਰੀਜਨ ਜੋ ਹੈ ਉਹ ਯੋਗ ਮਤ ਦੇ ਵਿੱਚੋਂ ਹੈ। ਕਿਉਂਕਿ ਯੋਗ ਮਤ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਜਦੋਂ ਯੋਗ ਦੀ ਸਾਧਨਾ ਦਾ ਜੋ ਅੰਤਮ ਸਟੇਜ ਹੈ ਸਮਾਧੀ ਦਾ, ਸਮਾਧੀ ਦੇ ਵਿੱਚ ਜਦੋਂ ਕੋਈ ਸਾਧਕ ਜਾਂਦਾ ਹੈ ਤਾਂ ਉਸ ਦੇ ਅੰਦਰ ਇੱਕ ਅਨਹਦ ਨਾਦ ਪੈਦਾ ਹੁੰਦੀ ਹੈ। ਅਨਹਦ ਦਾ ਮਤਲਬ ਹੈ ਆਪੂ ਪੈਦਾ ਹੋਇਆ ਜੋ ਆਵਾਜ਼ ਹੈ, ਜਿਹੜੀ ਕਿਸੇ ਚੀਜ਼ ਦੇ, ਦੋ ਚੀਜ਼ਾਂ ਦੇ ਟਕਰਾਅ ਤੋਂ ਪੈਦਾ ਨਾ ਹੋਈ ਹੋਵੇ। ਅਨਹਦ ਦਾ ਮਤਲਬ ਇਹ ਹੈ ਕਿ ਜਿਹੜੀ ਕਿਸੇ ਟਕਰਾਅ ਤੋਂ ਪੈਦਾ ਨਾ ਹੋਈ ਹੋਵੇ, ਕਿਉਂਕਿ ਹਰ ਆਵਾਜ਼ ਨੂੰ ਪੈਦਾ ਕਰਨ ਲਈ ਕੋਈ ਦੋ ਚੀਜ਼ਾਂ ਦਾ ਆਪਸ ਵਿੱਚ ਟਕਰਾਣਾ ਜ਼ਰੂਰੀ ਹੁੰਦਾ ਹੈ। ਤਾਂ ਉਹ ਇੱਕ ਅਨਹਦ ਨਾਦ ਹੈ ਜਿਹੜਾ ਕਿ ਕੋਈ ਦੋ
ਦੋ ਚੀਜ਼ਾਂ ਦੇ ਟਕਰਾਉਣ ਤੋਂ ਪੈਦਾ ਨਹੀਂ ਹੁੰਦਾ, ਉਹ ਆਪੂ ਹੀ ਪੈਦਾ ਹੁੰਦਾ ਹੈ। ਤਾਂ ਉਸ ਨਾਦ ਨੂੰ ਸੁਣਨ ਲਈ ਯੋਗੀਆਂ ਦਾ ਬੜਾ ਜ਼ੋਰ ਹੁੰਦਾ ਹੈ ਕਿ ਅਸੀਂ ਕਿਸੇ ਤਰ੍ਹਾਂ ਅਨਹਦ ਨਾਦ ਜੋ ਹੈ ਉਹਨੂੰ ਸੁਣੀਏ। ਉਸ ਨੂੰ ਸੁਣਨਾ ਇੱਕ ਬੜੀ ਵੱਡੀ ਮੰਜ਼ਿਲ ਗਿਣਿਆ ਜਾਂਦਾ ਹੈ। ਤਾਂ ਨਾਦ ਦਾ ਜੋ ਸ਼ਬਦ ਹੈ ਉਹ ਉੱਥੋਂ ਹੀ ਆਇਆ ਹੈ, ਪਰ ਗੁਰਮਤਿ ਦੇ ਵਿੱਚ ਅਜਿਹੇ ਨਾਦ ਦੀ ਕੋਈ ਪ੍ਰਵਾਨਗੀ ਨਹੀਂ ਹੈ। ਇਸ ਦੇ ਵਾਸਤੇ ਕੋਈ ਯਤਨ ਵੀ ਅਸੀਂ ਨਹੀਂ ਕਰਨਾ ਹੈ ਕਿ ਸਾਨੂੰ ਕੋਈ ਨਾਦ ਸੁਣੇ। ਅਗਰ ਅਸੀਂ ਯਤਨ ਕਰਨਾ ਹੈ ਤਾਂ ਇੱਕੋ ਨਾਦ ਦਾ ਕਰਨਾ ਹੈ, ਉਹ ਪ੍ਰਭੂ ਦੇ ਨਾਮ ਦਾ, ਕਿਉਂਕਿ ਨਾਦ ਦਾ ਅਰਥ ਆਵਾਜ਼ ਹੈ, ਆਵਾਜ਼ ਦਾ ਅਰਥ ਸ਼ਬਦ ਹੈ ਤੇ ਸ਼ਬਦ ਦਾ ਅਰਥ ਨਾਮ ਹੈ। ਇਹ ਜੋ ਨਾਮ ਦਾ ਅਰਥ ਹੈ ਉਹ ਪ੍ਰੋਫੈਸਰ ਸਾਹਿਬ ਸਿੰਘ ਨੇ ਇਉਂ ਹੀ ਡਰਾਈਵ ਕੀਤਾ ਹੈ। ਗੱਲ ਕੀ ਕਿ ਜਦੋਂ ਅਸੀਂ ਗੁਰੂ ਦੀ ਸਿੱਖਿਆ ਰਾਹੀਂ, ਗੁਰੂ ਰਾਹੀਂ, ਗੁਰਮੁਖ ਦਾ ਅਰਥ ਇਹ ਹੈ ਕਿ ਜਦੋਂ ਗੁਰੂ ਦੇ ਮੁਖ ਤੋਂ ਮਿਲੀ ਸਿੱਖਿਆ ਰਾਹੀਂ ਜਾਂ ਗੁਰੂ ਦੇ ਮੁਖ ਵੱਲ ਮੂੰਹ ਆਪਣਾ ਮੁਖ ਗੁਰੂ ਵੱਲ ਕਰਕੇ ਅਸੀਂ ਉਹਦੀ ਸਿੱਖਿਆ ਪ੍ਰਾਪਤ ਕਰਦੇ ਹਾਂ। ਭਾਵ ਅਸੀਂ ਗੁਰੂ ਦੀ ਸਿੱਖਿਆ ਦੇ ਰਾਹੀਂ ਹੀ ਉਸ ਪ੍ਰਭੂ ਦੇ ਨਾਮ ਨੂੰ ਪ੍ਰਾਪਤ ਕਰਨਾ ਹੈ, ਉਹ ਸੁਣਨਾ ਹੈ। ਗੁਰਮੁਖ ਵੇਦਨ, ਗੁਰੂ ਦੇ ਰਾਹੀਂ ਹੀ ਅਸੀਂ ਵੇਦਾਂ ਤੱਕ ਪਹੁੰਚਣਾ ਹੈ। ਵੇਦਾਂ ਦਾ ਅਰਥ ਅਸਲ ਵਿੱਚ ਤਾਂ ਗਿਆਨ ਹੈ ਤੇ ਉਸੇ ਸੈਂਸ ਵਿੱਚ ਹੀ ਇੱਥੇ ਵਰਤਿਆ ਗਿਆ ਹੈ। ਵੈਸੇ ਵੇਦ ਜੋ ਹਨ ਅਸੀਂ ਸਾਰੇ ਜਾਣਦੇ ਹਾਂ ਕਿ ਸਨਾਤਨ ਮਤ ਦੇ ਜੋ 4 ਵੇਦ ਹਨ ਉਹ ਉਹਨਾਂ ਦਾ ਸਾਰੇ ਗਿਆਨ ਦਾ ਸੋਰਸ ਮੰਨੇ ਜਾਂਦੇ ਹਨ, ਪ੍ਰਮੁੱਖ, ਸਭ ਤੋਂ ਪ੍ਰਮੁੱਖ ਗ੍ਰੰਥ ਹਨ। ਤੋ ਵੇਦ ਦਾ ਅਰਥ ਗਿਆਨ ਹੁੰਦਾ ਹੈ। ਤੋ ਸਤਿਗੁਰੂ ਕਹਿੰਦੇ ਹਨ ਕਿ ਗੁਰੂ ਦੇ ਰਾਹੀਂ ਹੀ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ ਤੇ ਗੁਰਮੁਖ ਰਹਾ ਸਮਾਈ। ਤੇ ਗੁਰੂ ਦੇ ਰਾਹੀਂ ਹੀ ਸਾਡੀ ਉਹ ਅਵਸਥਾ ਬਣਦੀ ਹੈ ਕਿ ਸਾਨੂੰ ਇਹ ਸਮਝ ਆਉਂਦੀ ਹੈ, ਸਾਡੇ ਅੰਦਰ ਇਹ ਪ੍ਰਤੀਤੀ ਪੈਦਾ ਹੁੰਦੀ ਹੈ ਕਿ ਉਹ ਅਕਾਲ ਪੁਰਖ ਜੋ ਹੈ ਉਹ ਸਭ ਥਾਂ ਤੇ ਸਮਾਇਆ ਹੋਇਆ ਹੈ, ਸਰਬ ਵਿਆਪਕ ਹੈ, ਹਰ ਥਾਂ ਤੇ ਹਾਜ਼ਰ ਮੌਜੂਦ ਹੈ। ਤੋ ਸਤਿਗੁਰੂ ਕਹਿੰਦੇ ਹਨ ਕਿ ਇਹ ਜੋ ਪਹਿਲੇ ਪੰਕਤੀਆਂ ਦੇ ਵਿੱਚ ਅਸੀਂ ਜਿਹੜੀ ਗੱਲ ਕਰ ਰਹੇ ਸਾਂ ਕਿ ਉਸ ਪ੍ਰਭੂ ਦੇ ਗੁਣਾਂ ਨੂੰ ਗਾਈਏ, ਸੁਣੀਏ, ਮਨ ਵਿੱਚ ਪ੍ਰੇਮ ਰੱਖੀਏ, ਦੁੱਖਾਂ ਨੂੰ ਦੂਰ ਕਰੀਏ, ਸੁਖ ਆਪਣੇ ਹਿਰਦੇ ਵਿੱਚ ਵਸਾਈਏ। ਇਹ ਅਵਸਥਾ ਨੂੰ ਪ੍ਰਾਪਤ ਕਰਨ ਦੇ ਲਈ ਸਾਨੂੰ ਗੁਰੂ ਦੀ ਸ਼ਰਨ ਵਿੱਚ ਜਾਣਾ ਪਏਗਾ, ਕਿਉਂਕਿ ਗੁਰੂ ਤੋਂ ਹੀ ਸਾਨੂੰ ਨਾਮ ਦੀ ਪ੍ਰਾਪਤੀ ਹੋਣੀ ਹੈ, ਗੁਰੂ ਤੋਂ ਹੀ ਸਾਨੂੰ ਗਿਆਨ ਦੀ ਪ੍ਰਾਪਤੀ ਹੋਣੀ ਹੈ ਅਤੇ ਗੁਰੂ ਤੋਂ ਹੀ ਇਹ ਸੋਝੀ ਪ੍ਰਾਪਤ ਹੋਣੀ ਹੈ ਕਿ ਉਹ ਅਕਾਲ ਪੁਰਖ ਹਰੀ ਸਾਰੇ ਥਾਂ ਤੇ ਵਿਆਪਕ ਹੈ, ਹਰ ਥਾਂ ਤੇ ਸਮਾਇਆ ਹੋਇਆ ਹੈ। ਤੋ ਗੁਰ ਈਸ਼ਰ, ਗੁਰ ਗੋਰਖ ਬ੍ਰਹਮਾ, ਗੁਰ ਪਾਰਵਤੀ ਮਾਈ। ਤੋ ਸਤਿਗੁਰੂ ਕਹਿੰਦੇ ਹਨ ਜੇ ਸਾਨੂੰ ਸਾਰਾ ਕੁਝ ਹੀ ਗੁਰੂ ਤੋਂ ਹੀ ਪ੍ਰਾਪਤ ਹੋਣਾ ਹੈ, ਸਾਨੂੰ ਸਾਰਾ ਗਿਆਨ ਸਭ ਕੁਝ ਗੁਰੂ ਤੋਂ ਪ੍ਰਾਪਤ ਹੋਣਾ ਹੈ, ਅਕਾਲ ਪੁਰਖ ਦੀ ਸੋਝੀ ਵੀ ਗੁਰੂ ਤੋਂ ਹੀ ਪ੍ਰਾਪਤ ਹੋਣੀ ਹੈ, ਤਾਂ ਸਾਡੇ ਲਈ ਗੁਰੂ ਦਾ ਦਰਜਾ ਤਾਂ ਉਹ ਹੈ ਜੋ ਦੂਜੇ ਮਤਾਂ ਦੇ ਵਿੱਚ ਵੱਡੇ ਵੱਡੇ ਦੇਵਤਿਆਂ ਦਾ ਰੱਖਿਆ ਜਾਂਦਾ ਹੈ। ਤਾਂ ਇਹ ਇਸ ਤਰ੍ਹਾਂ ਸੋਚੀਏ ਕਿ ਗੁਰੂ ਹੀ ਸਾਡਾ ਸਭ ਕੁਝ ਹੈ। ਤਾਂ ਇਸ ਚੀਜ਼ ਨੂੰ ਐਕਸਪ੍ਰੈਸ ਕਰਨ ਲਈ ਸਤਿਗੁਰਾਂ ਨੇ ਸਾਨੂੰ ਇਹ ਬਚਨ ਦਿੱਤੇ ਕਿ ਗੁਰੂ ਹੀ ਸਾਡਾ ਈਸ਼ਰ ਹੈ, ਗੁਰੂ ਹੀ ਸਾਡਾ ਗੋਰਖ ਹੈ, ਗੁਰੂ ਹੀ ਸਾਡੇ ਵਾਸਤੇ ਬ੍ਰਹਮਾ ਹੈ ਤੇ ਗੁਰੂ ਹੀ ਪਾਰਵਤੀ ਮਾਈ ਹੈ ਜੋ ਸ਼ਿਵ ਦੀ ਪਤਨੀ ਗਿਣੀ ਜਾਂਦੀ ਹੈ। ਤੋ ਇਹ ਸਾਰੇ ਜੋ ਪ੍ਰਮੁੱਖ ਦੇਵੀ ਦੇਵਤਿਆਂ ਜਾਂ ਇਸ਼ਟ ਦੇ ਜਿਹੜੇ ਹਨ, ਜਿਵੇਂ ਗੋਰਖ ਹੈ, ਉਹ ਸਾਰੇ ਸਾਡੇ ਵਾਸਤੇ ਆਪਣੇ ਆਪ ਦੇ ਵਿੱਚ ਕੋਈ ਦਰਜਾ ਨਹੀਂ ਰੱਖਦੇ। ਸਾਡੇ ਲਈ ਉਹ ਸਾਰਿਆਂ ਦਾ ਦਰਜਾ ਮਿਲਾ ਕੇ ਵੀ ਅਗਰ ਅਸੀਂ ਕਹੀਏ ਉਹ ਸਤਿਗੁਰੂ ਦਾ ਦਰਜਾ ਹੈ। ਤੋ ਸਾਡਾ ਜੋ ਯਕੀਨ ਹੈ, ਸਾਡਾ ਜੋ ਇਸ਼ਟ ਹੈ, ਸਾਡੀ ਸ਼ਰਧਾ ਹੈ, ਸਾਡਾ ਪ੍ਰੇਮ ਹੈ, ਜੋ ਅਸੀਂ ਸਿੱਖਿਆ ਪ੍ਰਾਪਤ ਕਰਨੀ ਹੈ, ਉਹ ਸਾਰਾ ਕੁਝ ਜੋ ਹੈ ਉਹ ਗੁਰੂ ਤੋਂ ਹੀ ਪ੍ਰਾਪਤ ਕਰਨੀ ਹੈ। ਤੋ ਸਾਡੇ ਲਈ ਸਭ ਕੁਝ ਹੀ ਗੁਰੂ ਹੀ ਹੈ। ਜੇ ਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਹੁਣ ਜੇ ਉਸ ਅਕਾਲ ਪੁਰਖ ਦੇ ਹੁਕਮ ਨੂੰ ਮੈਂ ਜੇ ਸਮਝ ਵੀ ਲਵਾਂ ਤਾਂ ਮੈਂ ਵਰਣਨ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਉਸ ਅਕਾਲ ਪੁਰਖ ਦਾ ਜੋ ਹੁਕਮ ਹੈ ਉਸ ਦਾ ਵਰਣਨ ਕੀਤਾ ਹੀ ਨਹੀਂ ਜਾ ਸਕਦਾ। ਤਾਂ ਫਿਰ ਇਸ ਦਾ ਵਰਣਨ ਕਹਿਣਾ ਕਥਨ ਨਾ ਜਾਈ, ਮੈਂ ਚਾਹਾਂ ਵੀ ਤੇ ਮੈਂ ਉਸ ਦਾ ਵਰਣਨ ਨਹੀਂ ਕਰ ਸਕਦਾ।
ਤਾਂ ਮੈਂ ਇਸ ਨੂੰ ਜੇ ਸਮਝ ਵੀ ਲਵਾਂ, ਜੇ ਹੋਂ ਜਾਣਾ, ਜੇ ਮੈਂ ਉਸ ਨੂੰ ਸਮਝ ਵੀ ਲਵਾਂ, ਆਖਾਂ ਨਹੀਂ, ਤਾਂ ਮੈਂ ਇਸ ਨੂੰ ਕਹਿ ਨਹੀਂ ਸਕਦਾ, ਮੈਂ ਬਿਆਨ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਕਹਿਣਾ ਕਥਨ ਨਾ ਜਾਈ, ਕਿਉਂਕਿ ਇਹ ਉਹ ਵਸਤੂ ਹੀ ਨਹੀਂ ਜਿਸ ਦਾ ਕਥਨ ਕੀਤਾ ਜਾ ਸਕੇ। ਤਾਂ ਫਿਰ ਕੀ ਕੀਤਾ ਜਾਵੇ? ਕਿਉਂਕਿ ਇਹ ਸਾਰਾ ਜੋ ਗਿਆਨ ਹੈ, ਇਹ ਮਤ ਹੈ, ਇਹ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ, ਤੇ ਉਸ ਦਾ ਬਿਆਨ ਮੈਂ ਨਹੀਂ ਕਰ ਸਕਦਾ। ਤਾਂ ਫਿਰ ਸਾਡੇ ਵਾਸਤੇ ਕਰਨਯੋਗ ਕੰਮ ਕੀ ਹੈ? ਕਰਨਯੋਗ ਕੰਮ ਤਾਂ ਇੱਕੋ ਹੀ ਹੈ ਕਿ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕਿ ਹੇ ਸਤਿਗੁਰੂ, ਤੇਰੇ ਅੱਗੇ ਮੇਰੀ ਇਹੀ ਅਰਦਾਸ ਹੈ ਕਿ ਮੈਨੂੰ ਇਹ ਬੁਝਾ ਦੇ, ਮੈਨੂੰ ਇਹ ਸਮਝ ਦੇ ਦੇ, ਮੈਨੂੰ ਇਹ ਮੱਤ ਦੇ ਦੇ, ਮੇਰੀ ਮੱਤ ਦੇ ਵਿੱਚ ਇਹ ਸਮਝ ਟਿਕਾ ਦੇ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮੈਨੂੰ ਉਹ ਦਾਤਾ ਕਦੇ ਨਾ ਵਿਸਰੇ। ਮੈਨੂੰ ਮੇਰੇ ਮਨ ਨੂੰ, ਮੇਰੀ ਮੱਤ ਨੂੰ ਇਹੋ ਜਿਹਾ ਬਣਾ ਦੇ ਹੇ ਸਤਿਗੁਰੂ ਕਿ ਮੇਰੀ ਮੱਤ ਦੇ ਵਿੱਚੋਂ ਉਹਦੀ ਯਾਦ ਕਦੇ ਨਾ ਵਿਸਰੇ। ਕਿਸ ਦੀ? ਉਸ ਅਕਾਲ ਪੁਰਖ ਦੀ, ਜੋ ਸਾਰਿਆਂ ਦਾ ਦਾਤਾ ਦਾਤਾਰ ਹੈ, ਜਿਸ ਦੇ ਅੱਗੇ ਸਾਰੇ ਜੀਵ ਮੰਗਦੇ ਹਨ ਤੇ ਆਪਣੀਆਂ ਦਾਤਾਂ ਪ੍ਰਾਪਤ ਕਰਦੇ ਹਨ। ਜਿਵੇਂ ਕਿ ਅਸੀਂ ਅੱਗੇ ਵੀ ਪੜ੍ਹ ਚੁੱਕੇ ਹਾਂ ਪਹਿਲੀਆਂ ਪੌੜੀਆਂ ਵਿੱਚ ਕਿ ਅਸੀਂ ਜਦ ਤੋਂ ਇਹ ਦੁਨੀਆ ਬਣੀ ਹੈ, ਜੀਵ ਉਸ ਤੋਂ ਮੰਗਦੇ ਹੀ ਆਏ ਹਨ, ਪੁਕਾਰਦੇ ਹੀ ਆਏ ਹਨ, ਤੇ ਉਹ ਦਿੰਦਾ ਹੀ ਆਇਆ ਹੈ, ਦਿੰਦਾ ਹੀ ਆਇਆ ਹੈ। ਜੀਵ ਥੱਕ ਮੁੱਕ ਜਾਂਦੇ ਹਨ ਦਾਤਾ ਨੂੰ ਪ੍ਰਾਪਤ ਕਰਕੇ, ਪਰ ਉਹ ਵੱਡਾ ਦਾਤਾਰ ਜੋ ਹੈ ਉਹ ਦੇਣ ਤੋਂ ਨਹੀਂ ਥੱਕਦਾ। ਤਾਂ ਉਸ ਦਾਤੇ ਦੇ ਵਿੱਚ ਮੇਰੀ ਸੁਰਤ ਜੋ ਹੈ ਉਹ ਚੁਭੀ ਰਹੇ, ਮੈਨੂੰ ਉਸ ਦੇ ਨਾਲ ਮੇਰੀ ਸੁਰਤ ਜੁੜੀ ਰਹੇ। ਤੋ ਸਤਿਗੁਰੂ ਕਹਿੰਦੇ ਹਨ ਕਿ ਉਸ ਅਕਾਲ ਪੁਰਖ ਦੇ ਨਾਲ ਹੀ ਅਸੀਂ ਜੁੜਨਾ ਹੈ। ਮਤਾ ਅਸੀਂ ਕੋਈ ਭੁਲੇਖਾ ਹੀ ਖਾ ਲਈਏ ਕਿ ਅਸੀਂ ਕਿਸੇ ਦੇਵੀ ਦੇਵਤੇ ਜਾਂ ਕਿਸੇ ਮੂਰਤੀ ਦੇ ਨਾਲ ਅਸੀਂ ਜੁੜ ਕੇ ਇਹ ਸਮਝੀਏ ਕਿ ਸਾਨੂੰ ਪ੍ਰਾਪਤੀ ਕੋਈ ਹੋ ਸਕਦੀ ਹੈ, ਕਿਉਂਕਿ ਦਾਤਾ ਦੇਣ ਵਾਲਾ ਇੱਕੋ ਹੀ ਹੈ। ਹੋਰ ਕਿਸੇ ਢੰਗ ਦੇ ਨਾਲ ਕੋਈ ਦਾਤ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਅੱਗੇ ਸਤਿਗੁਰੂ ਕਹਿੰਦੇ ਹਨ, ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਏ ਕਰੀ। ਤੀਰਥ ਨਾਵਾਂ ਜੇ ਤਿਸ ਭਾਵਾਂ, ਸਤਿਗੁਰੂ ਕਹਿੰਦੇ ਹਨ ਕਿ ਮੈਂ ਤੀਰਥਾਂ ਤੇ ਤਾਂ ਜਾ ਕੇ ਨਹਾਵਾਂ ਜੇ ਮੇਰੇ ਇਸ਼ਨਾਨ, ਤੀਰਥਾਂ ਦੇ ਇਸ਼ਨਾਨ ਕਰਨ ਦੇ ਨਾਲ ਮੈਂ ਉਹਨੂੰ ਚੰਗਾ ਲੱਗ ਜਾਵਾਂ। ਜੇ ਤਿਸ ਭਾਵਾਂ, ਉਸ ਅਕਾਲ ਪੁਰਖ ਨੂੰ ਜੇ ਮੈਂ ਭਾ ਜਾਵਾਂ, ਉਹਦੀ ਖੁਸ਼ੀ ਮੇਰੇ ਤੇ ਹੋ ਜਾਵੇ, ਮੈਂ ਉਹਨੂੰ ਚੰਗਾ ਲੱਗਣ ਲੱਗ ਜਾਵਾਂ। ਵਿਣ ਭਾਣੇ, ਤੇ ਜੇ ਮੇਰੇ ਤੀਰਥਾਂ ਦੇ ਇਸ਼ਨਾਨ ਕਰਨ ਦੇ ਬਾਵਜੂਦ ਮੈਂ ਉਹਨੂੰ ਚੰਗਾ ਹੀ ਨਹੀਂ ਲੱਗਣਾ, ਤਾਂ ਫਿਰ ਮੈਂ ਨਹਾ ਕੇ ਕੀ ਕਰਨਾ ਹੈ? ਮੈਨੂੰ ਕੀ ਜ਼ਰੂਰਤ ਹੈ? ਮੈਂ ਕੀ ਖਟਾਂਗਾ ਉੱਥੇ ਨਹਾ ਕੇ? ਵਿਣ ਭਾਣੇ ਕੇ ਨਾਏ ਕਰੀ। ਤਾਂ ਇਹ ਸਵਾਲ ਸਤਿਗੁਰਾਂ ਨੇ ਖੜਾ ਕੀਤਾ ਹੈ ਕਿ ਜੇ ਮੈਂ ਨਹਾ ਕੇ ਵੀ ਉਸ ਨੂੰ ਚੰਗਾ ਨਾ ਲੱਗਾ, ਉਹਦੀ ਖੁਸ਼ੀ ਮੇਰੇ ਤੇ ਨਾ ਆਵੇ, ਤਾਂ ਮੈਂ ਨਹਾ ਕੇ ਕੀ ਕਰਾਂਗਾ? ਸਤਿਗੁਰਾਂ ਨੇ ਸਾਨੂੰ ਸੋਚਣ ਲਈ ਮਜਬੂਰ ਕੀਤਾ ਹੈ ਕਿ ਕੀ ਅਸੀਂ ਤੀਰਥ ਤੇ ਨਹਾ ਕੇ ਇਸ਼ਨਾਨ ਕਰਕੇ ਉਸ ਨੂੰ ਚੰਗੇ ਲੱਗ ਸਕਦੇ ਹਾਂ? ਕੀ ਸਾਨੂੰ ਉਹਦੇ ਨਾਲ ਕੋਈ ਪ੍ਰਾਪਤੀ ਹੋ ਸਕਦੀ ਹੈ? ਕੀ ਮੈਨੂੰ, ਜੋ ਅਸੀਂ ਪਿੱਛੇ ਗੱਲ ਕੀਤੀ ਹੈ ਕਿ ਮੇਰੇ ਦੁੱਖ ਗਵਾਚ ਸਕਦੇ ਹਨ ਤੇ ਸੁੱਖ ਮੇਰੇ ਹਿਰਦੇ ਵਿੱਚ ਵਸ ਸਕਦੇ ਹਨ ਕੇਵਲ ਤੀਰਥ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ? ਤਾਂ ਸਤਿਗੁਰੂ ਆਪ ਹੀ ਅੱਗੇ ਜਵਾਬ ਦਿੰਦੇ ਹਨ ਕਿ ਜੇ ਅਸੀਂ ਕੋਈ ਪ੍ਰਾਪਤੀ ਕਰਨੀ ਹੈ ਤਾਂ ਉਸ ਦਾ ਢੰਗ ਇਹ ਨਹੀਂ ਹੈ। ਜੇਤੀ ਸਿੱਠ ਉਪਾਈ ਵੇਖਾਂ, ਵਿਣ ਕਰਮਾਂ ਕੇ ਮਿਲੇ ਨਹੀਂ। ਵਿਣ ਕਰਮਾਂ ਦਾ ਅਰਥ ਇੱਥੇ ਜੋ ਹੈ ਉਹਦੀ ਮਿਹਰ, ਕਿਰਪਾ ਦੇ ਨਾਲ। ਕਰਮ ਸ਼ਬਦ ਦੋ ਅਰਥਾਂ ਦੇ ਵਿੱਚ ਵਰਤਿਆ ਜਾਂਦਾ ਹੈ। ਇੱਕ ਜੋ ਸਾਡੇ ਭਾਰਤੀ ਜੋ ਦਰਸ਼ਨ ਹੈ ਉਹਦੇ ਵਿੱਚ ਵਰਤਿਆ ਜਾਂਦਾ ਹੈ, ਜੋ ਸੰਸਕ੍ਰਿਤ ਤੋਂ ਪੈਦਾ ਹੋਇਆ ਹੈ, ਕਰਮ ਭਾਵ ਕੰਮ। ਤੇ ਇੱਕ ਪੈਦਾ ਹੋਇਆ, ਇੱਕ ਲਫ਼ਜ਼ ਆਉਂਦਾ ਹੈ ਅਰਬੀ ਫਾਰਸੀ ਤੋਂ, ਕਰਮ, ਜਿਸ ਦਾ ਭਾਵ ਮਿਹਰ ਹੈ। ਤੋ
ਇੱਥੇ ਉਸ ਸੈਂਸ ਦੇ ਵਿੱਚ ਵਰਤਿਆ ਗਿਆ ਹੈ ਕਿ ਜਦੋਂ ਤੱਕ ਅਕਾਲ ਪੁਰਖ ਦੀ ਮਿਹਰ ਮੇਰੇ ਤੇ ਨਹੀਂ ਹੁੰਦੀ ਕਿ ਮਿਲਿਆ ਨਹੀਂ, ਤੇ ਮੈਨੂੰ ਕਿਸੇ ਨੂੰ ਵੀ ਕੁਝ ਵੀ ਨਹੀਂ ਮਿਲਦਾ। ਕੀ ਮਿਲੇਗਾ ਮੈਨੂੰ? ਜੇਤੀ ਸਿਰਠ ਉਪਾਈ ਵੇਖਾਂ, ਮੈਂ ਜਿੰਨੀ ਸਾਰੀ ਉਹਦੀ ਉਪਾਈ ਹੋਈ ਸ੍ਰਿਸ਼ਟੀ ਵੱਲ ਨਜ਼ਰ ਮਾਰਦਾ ਹਾਂ ਤੇ ਮੈਂ ਦੇਖਦਾ ਹਾਂ ਕਿ ਜਦ ਤੱਕ ਉਹਦੀ ਮਿਹਰ ਨਹੀਂ ਹੁੰਦੀ ਕਿਸੇ ਨੂੰ ਵੀ ਪ੍ਰਭੂ ਦੀ ਕਿਰਪਾ ਦੇ ਬਿਨਾਂ ਕੁਝ ਵੀ ਨਹੀਂ ਮਿਲ ਸਕਦਾ। ਤਾਂ ਸਵਾਲ ਪੈਦਾ ਹੁੰਦਾ ਹੈ ਕਿ ਸਾਨੂੰ ਕਰਨਾ ਕੀ ਚਾਹੀਦਾ ਹੈ ਜੇ ਅਸੀਂ ਕੋਈ ਪ੍ਰਾਪਤੀ ਕਰਨੀ ਹੈ। ਇਹ ਤੀਰਥ ਨਾਵਾਂ ਦਾ ਜਵਾਬ ਸਤਿਗੁਰੂ ਦੇ ਰਹੇ ਹਨ ਕਿ ਸਾਨੂੰ ਉਹ ਕੰਮ ਕਰਨੇ ਚਾਹੀਦੇ ਹਨ ਜਿਹਦੇ ਨਾਲ ਅਸੀਂ ਉਹਦੀ ਕਿਰਪਾ ਦ੍ਰਿਸ਼ਟੀ ਦੇ ਪਾਤਰ ਬਣ ਸਕੀਏ। ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਸਤਿਗੁਰੂ ਕਹਿੰਦੇ ਹਨ ਕਿ ਜੇ ਕੋਈ ਪ੍ਰਾਪਤੀ ਕਰਨੀ ਹੈ, ਜੇ ਕੁਝ ਚੀਜ਼ ਨੂੰ ਪ੍ਰਾਪਤ ਕਰਨਾ ਹੈ ਤਾਂ ਉਸ ਸਤਿਗੁਰੂ ਦੀ ਸਿੱਖਿਆ ਨੂੰ ਸੁਣ। ਸਿੱਖਿਆ ਨੂੰ ਸੁਣ ਤਾਂ ਹੀ ਤੈਨੂੰ ਕੋਈ ਪ੍ਰਾਪਤੀ ਹੋਵੇਗੀ। ਜੇ ਇੱਕ ਸਿੱਖਿਆ ਵੀ ਗੁਰੂ ਦੀ ਸੁਣ ਲਏਗਾ ਤਾਂ ਬੁੱਧੀ ਦੇ ਵਿੱਚ, ਮਤ ਵਿੱਚ, ਤਾਂ ਬੁੱਧੀ ਦੇ ਵਿੱਚ ਰਤਨ ਜਵਾਹਰ ਤੇ ਮਾਣਕ ਇਹ ਤੇਰੀ ਬੁੱਧੀ ਦੇ ਵਿੱਚ ਆ ਜਾਣਗੇ। ਤਾਂ ਬੁੱਧੀ ਵਿੱਚ ਰਤਨ ਜਵਾਹਰ ਮਾਣਕ ਦਾ ਕੀ ਅਰਥ ਹੈ ਕਿ ਬੜੇ ਵੱਡੇ ਗੁਣ, ਰੱਬੀ ਗੁਣ ਪੈਦਾ ਹੋ ਜਾਣਗੇ ਜਿਹੜੇ ਕਿ ਸਾਨੂੰ ਰੱਬ ਵਰਗੇ ਹੀ ਬਣਾ ਸਕਦੇ ਹਨ, ਸਾਡੇ ਹਿਰਦੇ ਵਿੱਚ ਰੱਬ ਵਸਾ ਸਕਦੇ ਹਨ। ਤੋਂ ਸਤਿਗੁਰੂ ਕਹਿੰਦੇ ਹਨ ਕਿ ਗੁਰੂ ਦੀ ਸਿੱਖਿਆ ਸੁਣ, ਇਹਦੇ ਨਾਲ ਹੀ ਤੇਰੇ ਅੰਦਰ ਰੱਬੀ ਗੁਣ ਪੈਦਾ ਹੋਣਗੇ। ਪਰ ਇੱਥੇ ਸੁਣਨ ਦਾ ਕੀ ਹੈ ਅਰਥ? ਕੀ ਅਸੀਂ ਸਿਰਫ ਕੰਨਾਂ ਨਾਲ ਸੁਣ ਕੇ ਹੀ ਸਾਡੇ ਅੰਦਰ ਗੁਣ ਪੈਦਾ ਹੋ ਜਾਣਗੇ? ਨਹੀਂ, ਇਹ ਸਾਨੂੰ ਪਹਿਲਾਂ ਵੀ ਇਹਦੇ ਬਾਰੇ ਕਿਹਾ ਗਿਆ ਹੈ ਤੇ ਅੱਗੇ ਚੱਲ ਕੇ ਵੀ ਸਤਿਗੁਰਾਂ ਨੇ ਸੁਣਨ ਦਾ ਢੰਗ ਸਾਨੂੰ ਦੱਸਿਆ ਹੈ, ਤਕਰੀਬਨ ਉਹਨਾਂ ਹੀ ਸ਼ਬਦਾਂ ਦੇ ਵਿੱਚ, ਸੁਣਿਆ ਮੰਨਿਆ ਮਨ ਕੀਤਾ ਭਾਵ। ਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਸੁਣਦੇ ਹਾਂ, ਮੰਨਦੇ ਹਾਂ ਅਤੇ ਹਿਰਦੇ ਵਿੱਚ ਵਸਾਉਂਦੇ ਹਾਂ, ਭਾਵ ਆਪਣੇ ਅੰਦਰ ਪ੍ਰੇਮ ਪੈਦਾ ਕਰਦੇ ਹਾਂ ਉਸ ਚੀਜ਼ ਦੇ ਪ੍ਰਤੀ ਜੋ ਅਸੀਂ ਸੁਣਦੇ ਹਾਂ ਜਾਂ ਜਿਸ ਦੇ ਬਾਰੇ ਸੁਣਦੇ ਹਾਂ, ਤਾਂ ਹੀ ਅਸਲ ਦੇ ਵਿੱਚ ਸੁਣਿਆ ਹੁੰਦਾ ਹੈ। ਜੇ ਐਸਾ ਕਰਾਂਗੇ ਤਾਂ ਹੀ ਰੱਬੀ ਗੁਣਾਂ ਦੀ ਪ੍ਰਾਪਤੀ ਹੋ ਸਕਦੀ ਹੈ। ਇੱਥੇ ਸਤਿਗੁਰੂ ਨੇ ਕਿਹਾ ਹੈ ਮੱਤ ਵਿੱਚ ਰਤਨ ਜਵਾਹਰ ਮਾਣਕ। ਇਹ ਜਿਹੜੇ ਰਤਨ ਜਵਾਹਰ ਮਾਣਕ ਵਰਗੇ ਗੁਣ ਹਨ, ਇਹ ਮੱਤ ਦੇ ਅੰਦਰੋਂ ਹੀ ਉਪਜਦੇ ਹਨ, ਇਹ ਕਿਤੋਂ ਹੋਰ ਬਾਹਰੋਂ ਨਹੀਂ ਆਣੇ। ਇਹ ਅੰਦਰ ਤਾਂ ਹੀ ਉਪਜ ਸਕਦੇ ਹਨ ਕਿ ਜੇ ਅਸੀਂ ਗੁਰੂ ਦੀ ਸਿੱਖ ਸੁਣ ਕੇ ਉਹਨੂੰ ਮਨ ਦੇ ਵਿੱਚ ਵਸਾਵਾਂਗੇ ਤਾਂ ਹੀ ਮਨ ਦੇ ਵਿੱਚੋਂ ਇਹ ਗੁਣ ਉਪਜਣਗੇ। ਤਾਂ ਭਾਵ ਇਹ ਹੈ ਕਿ ਸੁਣਨ ਦੀ ਗੱਲ ਇਹ ਹੈ ਕਿ ਅਸੀਂ ਮਨ ਦੇ ਨਾਲ ਤੇ ਮਤ ਦੇ ਨਾਲ, ਦੋਵਾਂ ਦੇ ਨਾਲ ਇਹਨਾਂ ਗੁਣਾਂ ਨੂੰ ਸੁਣਨਾ ਹੈ, ਗੁਰੂ ਦੀ ਸਿੱਖਿਆ ਨੂੰ ਸੁਣਨਾ ਹੈ ਅਤੇ ਇਸ ਦੇ ਉੱਤੇ ਅਮਲ ਕਰਨਾ ਹੈ। ਤਾਂ ਹੀ ਸਾਡੇ ਅੰਦਰ ਇਹ ਚੀਜ਼ਾਂ ਪ੍ਰਾਪਤ ਹੋਣਗੀਆਂ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਤੋ ਸਤਿਗੁਰੂ ਕਹਿੰਦੇ ਹਨ, ਹੇ ਸਤਿਗੁਰੂ, ਮੇਰੀ ਤੇਰੇ ਅੱਗੇ ਇਹੀ ਅਰਦਾਸ ਹੈ ਕਿ ਮੈਨੂੰ ਇਹ ਸਮਝ ਦੇ ਦੇ, ਮੈਨੂੰ ਇਹ ਮੱਤ ਦੇ ਦੇ ਕਿ ਮੈਂ ਉਹ ਪ੍ਰਭੂ ਜਿਹੜਾ ਕਿ ਸਾਰੀ ਦੁਨੀਆ ਦਾ, ਸਾਰੇ ਜੀਆਂ ਦਾ ਇੱਕੋ ਇੱਕ ਦਾਤਾ ਹੈ, ਮੈਂ ਉਹਨੂੰ ਕਦੇ ਨਾ ਵਿਸਾਰਾਂ। ਉਹ ਮੇਰੀ ਮੱਤ ਦੇ ਵਿੱਚ ਹਮੇਸ਼ਾ ਉਹਦੀ ਯਾਦ ਟਿਕ ਜਾਵੇ, ਮੈਂ ਉਹਨੂੰ ਕਦੇ ਨਾ ਵਿਸਾਰਾਂ। ਤੋ ਸਤਿਗੁਰੂ ਇਹਨਾਂ ਦੋ ਪੌੜੀਆਂ ਦੇ ਵਿੱਚ ਦੋ ਵਿਸ਼ੇ ਛੂਹਦੇ ਹਨ। ਪਹਿਲਾ ਵਿਸ਼ਾ ਉਹਨਾਂ ਨੇ ਆਖਿਆ ਕਿ ਜਦੋਂ ਅਸੀਂ ਅਕਾਲ ਪੁਰਖ ਦੇ ਨਾਲ ਜੁੜਨਾ ਹੈ ਤਾਂ ਦਰਅਸਲ ਇੱਥੇ ਸਤਿਗੁਰੂ ਇੱਕ ਵੱਡੇ ਵਿਸ਼ੇ ਨੂੰ ਛੋਹ ਰਹੇ ਹਨ ਕਿ ਅਸੀਂ ਜਿਸ ਢੰਗ ਦੇ ਨਾਲ ਅਕਾਲ ਪੁਰਖ ਦੇ ਨਾਲ ਜੁੜਨਾ ਹੈ ਤਾਂ ਉਹਦੇ 'ਚ ਸਾਨੂੰ ਟਪਲੇ ਕਿੱਥੇ ਲੱਗਦੇ ਹਨ, ਸਾਨੂੰ ਭੁਲੇਖਾ ਕਿੱਥੇ ਲੱਗਦਾ ਹੈ। ਹੁੰਦਾ ਇਹ ਹੈ ਕਿ ਅਸੀਂ, ਜੇ ਆਪਾਂ ਸੁਣੀਏ, ਆਪਾਂ ਗੱਲ ਕੀਤੀ ਹੈ ਮੂਰਤੀਆਂ ਦੀ, ਦੇਵੀਆਂ ਦੀ ਤੇ ਦੇਵਤਿਆਂ ਦੀ, ਜੇ ਆਪਾਂ ਇਹਨੂੰ ਇੱਕ ਪੋਜ਼ਿਟਿਵ ਵੇ ਦੇ ਵਿੱਚ ਵੀ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਇਹ ਗੱਲ ਸਮਝ ਆਉਂਦੀ ਹੈ ਕਿ ਜਦੋਂ ਕਦੇ ਪਹਿਲੀ ਕਿਸੇ ਇਸ਼ਟ ਦੀ ਮੂਰਤੀ ਵੀ ਬਣੀ ਹੋਏਗੀ ਤਾਂ ਉਸ ਦੇ ਪਿੱਛੇ ਇਹੀ ਪਰਪਸ ਹੋਏਗਾ
ਕਿ ਇੱਕ ਆਮ ਮਨੁੱਖ ਨੂੰ ਇੱਕ ਨਿਰਾਕਾਰ ਨਿਰਗੁਣ ਪ੍ਰਭੂ ਦੀ ਜਿਹੜੀ ਯਾਦ ਹੈ, ਉਹਦਾ ਇਮੇਜ ਆਪਣੇ ਮਨ ਦੇ ਵਿੱਚ ਵਸਾਉਣਾ ਬੜਾ ਔਖਾ ਹੁੰਦਾ ਹੈ। ਤਾਂ ਉਹਨੂੰ ਸੁਖੈਨ ਕਰਨ ਦੇ ਲਈ ਸ਼ਾਇਦ ਕਿਸੇ ਨੇ ਢੰਗ ਸੋਚਿਆ ਹੋਵੇਗਾ ਕਿ ਕੋਈ ਮੂਰਤੀ ਬਣਾ ਦਿੱਤੀ ਜਾਵੇ, ਜਾਂ ਉਸ ਅਕਾਲ ਪੁਰਖ ਦਾ ਤਸੱਵਰ ਜਿਹੜਾ ਹੈ ਉਹ ਇੱਕ ਸਰੀਰ ਦੇ ਰੂਪ ਵਿੱਚ ਕਰ ਦਿੱਤਾ ਜਾਵੇ ਤੇ ਉਹਨੂੰ ਦੇਵਤਾ ਕਹਿ ਦਿੱਤਾ ਜਾਵੇ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਐਸਾ ਕਰਨ ਨਾਲ ਸਾਡੇ ਮਨ ਵਿੱਚ ਸ਼ਰਧਾ ਤਾਂ ਸ਼ਾਇਦ ਪੈਦਾ ਹੋ ਜਾਂਦੀ ਹੈ, ਪਰ ਟਪਲਾ ਇੱਥੇ ਇਹ ਲੱਗਦਾ ਹੈ ਕਿ ਅਸੀਂ ਮੂਰਤੀਆਂ ਦੇ ਨਾਲ, ਫਿਜ਼ੀਕਲ ਫਾਰਮਸ ਦੇ ਨਾਲ ਹੀ ਜੁੜ ਜਾਂਦੇ ਹਾਂ, ਜਦਕਿ ਉਹ ਜਿਹੜੀ ਫਿਜ਼ੀਕਲ ਫਾਰਮ ਸੀ ਉਹਦੇ ਪਿੱਛੇ ਜਿਹੜਾ ਆਈਡੀਆ ਸੀ, ਜਿਹੜਾ ਵਿਚਾਰ ਸੀ, ਉਹ ਇੱਕ ਅਕਾਲ ਪੁਰਖ ਦਾ ਹੀ ਸੀ। ਤਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਉਹਨਾਂ ਦੀ ਇਸ ਗੱਲ ਨੂੰ, ਕਿਉਂਕਿ ਮੂਰਤੀ ਪੂਜਾ ਦੇ ਖਿਲਾਫ ਗੁਰਬਾਣੀ ਦੇ ਵਿੱਚ ਬਾਰ-ਬਾਰ ਇਹਦੀ ਨਿਖੇਧੀ ਕੀਤੀ ਗਈ ਹੈ ਕਿ ਅਸੀਂ ਪੱਥਰ ਦੀ ਪੂਜਾ ਕਰਕੇ, ਮੂਰਤੀ ਦੀ ਪੂਜਾ ਕਰਕੇ ਅਸੀਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ। ਤਾਂ ਹੁਣ ਹੋਇਆ ਕੀ ਹੈ ਕਿ ਜਿਹੜਾ ਅਸਲ ਵਿਚਾਰ ਸੀ ਅਕਾਲ ਪੁਰਖ ਦਾ, ਵਾਹਿਗੁਰੂ ਦਾ, ਜਾਂ ਉਹ ਜਿਸ ਨਾਮ ਨਾਲ ਵੀ ਉਹਨੂੰ ਪੁਕਾਰਦੇ ਸਨ, ਉਹ ਵਿਚਾਰ ਪਿੱਛੇ ਰਹਿ ਗਿਆ ਤੇ ਮੂਰਤੀ ਅੱਗੇ ਆ ਗਈ। ਜਿਹੜੀ ਇਹ ਫਿਜ਼ੀਕਲ ਫਾਰਮ ਇਮੇਜਿਨ ਕਰ ਲਈ ਗਈ, ਉਹਨੇ ਉਸ ਵਿਚਾਰ ਨੂੰ ਓਵਰਪਾਵਰ ਕਰ ਲਿਆ ਤੇ ਜਿਹੜਾ ਫਾਰਮ ਸੀ ਉਹੀ ਇਸ਼ਟ ਬਣ ਕੇ ਰਹਿ ਗਈ, ਭਾਵ ਮੂਰਤੀ ਹੀ ਇਸ਼ਟ ਬਣ ਕੇ ਰਹਿ ਗਈ। ਤਾਂ ਕੀ ਅਸੀਂ ਵੀ ਐਸੀਆਂ ਗੱਲਾਂ, ਐਸੇ ਟਪਲੇ ਤਾਂ ਨਹੀਂ ਖਾ ਰਹੇ? ਸਤਿਗੁਰੂ ਨੇ ਸਾਨੂੰ ਇਹਨਾਂ ਟਪਲਿਆਂ ਤੋਂ ਬਚਣ ਲਈ ਕਿਹਾ ਹੈ ਕਿ ਜੇ ਮੂਰਤੀ ਭਾਵ ਫਿਜ਼ੀਕਲ ਫਾਰਮ ਦੇ ਵਿੱਚ ਅਸੀਂ ਅਕਾਲ ਪੁਰਖ ਨੂੰ ਇਮੇਜਿਨ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕੀ ਸਾਡੇ ਵੀ ਉਹੀ ਹਾਲ ਨਹੀਂ ਹੋਏਗਾ ਜੋ ਸਤਿਗੁਰਾਂ ਨੇ ਬਾਰ-ਬਾਰ ਮੂਰਤੀ ਪੂਜਾ ਦੀ ਗੱਲ ਕੀਤੀ ਹੈ। ਹੁਣ ਆਪਾਂ ਆਪਣੇ ਉੱਤੇ ਅਗਰ ਝੁਕਾ ਕੇ ਦੇਖੀਏ ਤੇ ਜੇ ਪਹਿਲਾ ਸਟੈਪ ਦੇਖੀਏ ਤਾਂ ਸਾਡੀ ਹਾਲਤ ਤਕਰੀਬਨ ਉੱਥੇ ਪਹੁੰਚਣੀ ਸ਼ੁਰੂ ਹੋ ਗਈ ਹੈ ਕਿ ਅੱਜ ਅਸੀਂ ਵੀ ਮੂਰਤੀਆਂ ਨਾਲ, ਤਸਵੀਰਾਂ ਨਾਲ ਜੁੜਨਾ ਸ਼ੁਰੂ ਤਾਂ ਨਹੀਂ ਹੋ ਗਿਆ। ਕਿ ਸਾਡੇ ਘਰਾਂ ਵਿੱਚ, ਸਾਡੇ ਦਫ਼ਤਰਾਂ ਵਿੱਚ, ਦੁਕਾਨਾਂ ਤੇ, ਕਾਰਾਂ ਵਿੱਚ, ਹਰ ਥਾਂ ਦੇ ਉੱਤੇ ਸਾਨੂੰ ਮੂਰਤੀਆਂ ਦੇ ਦਰਸ਼ਨ ਹੋਣੇ, ਤਸਵੀਰਾਂ ਦੇ ਦਰਸ਼ਨ ਹੋਣੇ ਸ਼ੁਰੂ ਨਹੀਂ ਹੋ ਰਹੇ? ਤਾਂ ਕੀ ਅਸੀਂ ਉਹੀ ਗਲਤੀ ਕਰ ਰਹੇ ਹਾਂ ਜਿੱਥੋਂ ਸਾਨੂੰ ਸਤਿਗੁਰਾਂ ਨੇ ਵਰਜਿਆ ਸੀ? ਇਹੀ ਨਹੀਂ, ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਆਪਣਾ ਇਸ਼ਟ ਮੰਨ ਕੇ ਧਿਆਉਂਦੇ ਹਾਂ, ਜਾਂ ਇਉਂ ਕਹਿ ਲਈਏ ਕਿ ਜਦੋਂ ਅਸੀਂ ਉਹਨਾਂ ਨੂੰ ਪੂਜਦੇ ਹਾਂ, ਤਾਂ ਉੱਥੇ ਵੀ ਕੀ ਅਸੀਂ ਉਸੇ ਢੰਗ ਨਾਲ ਤਾਂ ਨਹੀਂ ਪੂਜਾ ਸ਼ੁਰੂ ਕਰ ਦਿੱਤੀ ਜਿਵੇਂ ਇੱਕ ਮੂਰਤੀ ਦੀ ਪੂਜਾ ਹੁੰਦੀ ਹੈ, ਇੱਕ ਫਾਰਮ ਦੀ ਪੂਜਾ ਹੁੰਦੀ ਹੈ? ਜਾਂ ਕੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਸਤਿਕਾਰ ਕਰਨ ਲੱਗੇ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਮੁੱਖ ਰੱਖ ਕੇ ਸਤਿਕਾਰ ਕਰਦੇ ਹਾਂ? ਜੇ ਅਸੀਂ ਆਪਣੇ ਪੂਜਾ ਸਥਾਨਾਂ, ਗੁਰਦੁਆਰਿਆਂ ਦੇ ਵੱਲ ਵੀ ਅਸੀਂ ਝਾਤ ਮਾਰੀਏ ਤਾਂ ਕੀ ਗੁਰਦੁਆਰਿਆਂ ਦੀ ਰੂਪ ਰੇਖਾ ਵੱਲ ਵੀ ਵਿਚਾਰ ਮਾਰੀਏ, ਧਿਆਨ ਮਾਰੀਏ, ਤਾਂ ਉਹਦੇ ਉੱਤੇ ਅਸੀਂ ਜੋ ਕੁਝ ਕਰ ਰਹੇ ਹਾਂ, ਉੱਥੇ ਜੋ ਕਰ ਰਹੇ ਹਾਂ, ਜਿਸ ਢੰਗ ਨਾਲ ਉਹਨਾਂ ਨੂੰ ਸ਼ਿੰਗਾਰ ਰਹੇ ਹਾਂ, ਸਭ ਕੁਝ ਕਰ ਰਹੇ ਹਾਂ, ਉਹ ਮੁਬਾਰਕ ਹੈ, ਕੀਤਾ ਜਾਵੇ। ਪਰ ਕੀ ਸਾਡਾ ਧਿਆਨ ਕਿਤੇ ਐਸਾ ਤਾਂ ਨਹੀਂ ਹੈ ਕਿ ਉਹਨਾਂ ਚੀਜ਼ਾਂ ਵੱਲ ਜ਼ਿਆਦਾ ਹੋ ਗਿਆ ਤੇ ਗੁਰੂ ਦੀ ਸਿੱਖਿਆ ਵੱਲ ਘੱਟ ਹੋ ਗਿਆ? ਕਿਤੇ ਅਸੀਂ ਉਹ ਗਲਤੀ ਤਾਂ ਨਹੀਂ ਕਰ ਰਹੇ? ਤਾਂ ਇਹ ਸਤਿਗੁਰੂ ਜੀ ਨੇ ਕਿਹਾ ਹੈ ਕਿ ਹੇ ਮੇਰੇ ਸਿੱਖੋ, ਇਹ ਨਾ ਹੋਵੇ ਕਿ ਤੁਸੀਂ ਅਕਾਲ ਪੁਰਖ ਨੂੰ ਪੂਜਦੇ ਮੂਰਤੀ ਪੂਜਾ ਦੇ ਜਿਹੜੇ ਔਗਣ ਹਨ, ਜਿਹੜੀਆਂ ਅਲਾਮਤਾਂ ਹਨ, ਉਹ ਵੀ ਨਾਲ ਸ਼ੁਰੂ ਕਰ ਦਿਓ। ਅਸਲ ਵਿੱਚ ਸਾਡੇ ਵਾਸਤੇ ਜੋ ਐਕਸ਼ਨ ਵਾਲਾ ਪੁਆਇੰਟ ਹੈ ਉਹਦੇ ਵਿੱਚ ਇਹੀ ਹੈ ਕਿ ਕੀ ਅਸੀਂ ਐਸਾ ਤਾਂ ਨਹੀਂ ਕਰ ਰਹੇ ਕਿ ਸਤਿਗੁਰਾਂ ਨੇ ਤਾਂ ਸਮਝਾਇਆ ਕਿ ਸਾਡੇ ਵਾਸਤੇ ਤਾਂ ਉਹ ਵਿਚਾਰ, ਅਕਾਲ ਪੁਰਖ ਦੇ ਗੁਣ ਗਾਣਾ ਹੀ ਸਾਡਾ ਸਭ ਕੁਝ ਹੈ, ਮਨ ਦੇ ਵਿੱਚ ਉਹਦੀ ਪ੍ਰੀਤ ਵਸਾਉਣੀ ਹੀ ਸਭ ਕੁਝ ਹੈ। ਸਾਡੇ ਵਾਸਤੇ ਫਿਜ਼ੀਕਲ ਫਾਰਮ ਦੇ ਜਿੰਨੇ ਦੇਵਤੇ, ਮੂਰਤੀਆਂ, ਸਾਰੇ ਸਾਡੇ ਗੁਰੂ ਦੇ ਅੱਗੇ ਤੁੱਛ ਹਨ। ਸਾਡੇ ਲਈ ਗੁਰੂ ਹੀ ਸਭ ਕੁਝ ਹੈ। ਔਰ ਸਤਿਗੁਰਾਂ ਨੇ ਅਖੀਰ ਦੇ ਉੱਤੇ ਬੇਨਤੀ ਵੀ ਇਹ ਕੀਤੀ ਹੈ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਤੇ ਦੂਜਾ ਜਿਹੜੀ ਪੌੜੀ ਹੈ ਉਹਦੇ ਵਿੱਚ ਵੀ ਸਤਿਗੁਰਾਂ ਨੇ ਵੀ ਇਹੀ ਅਰਦਾਸ ਕੀਤੀ ਹੈ ਕਿ ਮੇਰੇ ਮਨ ਦੇ ਵਿੱਚ ਉਸ ਅਕਾਲ ਪੁਰਖ ਦੀ ਯਾਦ ਇਸ ਤਰੀਕੇ ਦੇ ਨਾਲ ਵਸ ਜਾਵੇ। ਤਾਂ ਹੁਣ ਇੱਥੇ ਕੀ ਹੋ ਰਿਹਾ ਹੈ ਕਿ ਸਤਿਗੁਰਾਂ ਨੇ ਤੀਰਥ ਇਸ਼ਨਾਨ ਦੀ ਇੱਕ ਕਰਮ ਦੇ ਵਜੋਂ ਉਦਾਹਰਣ ਲੈ ਕੇ ਸਾਨੂੰ ਗੱਲ ਸਮਝਾਈ ਹੈ ਕਿ ਤੀਰਥ ਇਸ਼ਨਾਨ ਕਰਨ ਦੇ ਨਾਲ ਗੱਲ ਨਹੀਂ ਬਣਨੀ, ਗੱਲ ਬਣਨੀ ਹੈ ਉਸ ਪ੍ਰਭੂ ਦੀ ਕਿਰਪਾ ਦੀ ਪ੍ਰਾਪਤੀ ਦੀ। ਤਾਂ ਪਹਿਲਾਂ ਤੇ ਅਸੀਂ ਸਿੱਧੀ ਡਾਇਰੈਕਟਲੀ ਹੀ ਇਹਨੂੰ ਦੇਖ ਲਈਏ ਕਿ ਕੀ ਅਸੀਂ ਵੀ ਤੀਰਥ ਇਸ਼ਨਾਨਾਂ ਦੇ ਚੱਕਰਾਂ ਦੇ ਵਿੱਚ ਤਾਂ ਨਹੀਂ ਪੈਣਾ ਸ਼ੁਰੂ ਹੋ ਗਏ?
ਜੇ ਪੈਣਾ ਸ਼ੁਰੂ ਹੋ ਗਏ ਹਾਂ, ਤਾਂ ਜਿਹੜੀ ਸਾਡੀ ਹਰ ਰੋਜ਼ ਪੜ੍ਹੀ ਜਾਣ ਵਾਲੀ ਬਾਣੀ ਹੈ, ਉਹਦੇ ਉਪਦੇਸ਼ ਦੀ ਉਲੰਘਣਾ ਤਾਂ ਨਹੀਂ ਕਰ ਰਹੇ, ਕਿਉਂਕਿ ਸਤਿਗੁਰਾਂ ਨੇ ਇੱਥੇ ਬੜੇ ਸਪਸ਼ਟ ਰੂਪ ਦੇ ਵਿੱਚ ਸਮਝਾਇਆ ਹੈ ਕਿ ਇਹਨਾਂ ਦੇ ਕਰਨ ਦੇ ਨਾਲ, ਤੀਰਥਾਂ ਦੇ ਇਸ਼ਨਾਨ ਕਰਨ ਦੇ ਨਾਲ ਸਾਨੂੰ ਆਪਣੇ ਅੰਦਰ ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ ਕੀ ਮੈਂ ਇਹ ਜੋ ਡੁਬਕੀ ਲਗਾਈ ਹੈ ਤੀਰਥ ਦੇ ਵਿੱਚ, ਉਸ ਤੋਂ ਬਾਅਦ ਮੈਂ ਪ੍ਰਭੂ ਨੂੰ ਚੰਗਾ ਲੱਗਣਾ ਸ਼ੁਰੂ ਹੋ ਗਿਆ ਕਿ ਨਹੀਂ ਲੱਗਦਾ। ਤਾਂ ਇਹ ਜਦੋਂ ਅਸੀਂ ਕਸਵੱਟੀ ਜਿਹੜੀ ਇੱਥੇ ਵਰਤਾਂਗੇ ਤਾਂ ਸਾਨੂੰ ਇਸ ਦਾ ਜਵਾਬ ਆਪਣੇ ਆਪ ਮਿਲ ਜਾਏਗਾ। ਹੁਣ ਇਹ ਗੱਲ ਸਿਰਫ ਤੀਰਥ ਇਸ਼ਨਾਨ ਤੱਕ ਰੁਕ ਕੇ ਗੱਲ ਨਹੀਂ ਹੈ। ਇੱਥੇ ਸਤਿਗੁਰਾਂ ਨੇ ਜਿਹੜੀ ਪਹਿਲਾਂ ਗੱਲ ਕੀਤੀ ਸੀ ਕਿ ਅਸੀਂ ਕਿਤੇ ਫਾਰਮ ਦੇ ਪਿੱਛੇ ਤਾਂ ਨਹੀਂ ਪੈ ਗਏ, ਤਾਂ ਇੱਥੇ ਇਹ ਵੀ ਸਵਾਲ ਹੋ ਜਾਂਦਾ ਕਿ ਅਸੀਂ ਇਹ ਟਪਲਾ ਖਾ ਸਕਦੇ ਹਾਂ ਕਿ ਅਸੀਂ ਕੁਝ ਖਾਸ ਕਰਮਾਂ ਨੂੰ ਹੀ ਆਧਾਰ ਬਣਾ ਕੇ ਇਹ ਸਮਝਣਾ ਸ਼ੁਰੂ ਕਰ ਦਿੰਦੇ ਹਾਂ ਕਿ ਅਸੀਂ ਆਪਣੇ ਧਰਮ ਦੇ ਕੰਮ ਸਾਰੇ ਕਰ ਲਏ ਤੇ ਉਸ ਅਕਾਲ ਪੁਰਖ ਦੀਆਂ ਨਜ਼ਰਾਂ ਦੇ ਵਿੱਚ ਕਬੂਲ ਹੋ ਜਾਵਾਂਗੇ। ਹੁਣ ਇੱਥੇ ਤੀਰਥ ਇਸ਼ਨਾਨ ਨੂੰ ਛੱਡ ਦਈਏ, ਅਸੀਂ ਇੱਕ ਛੋਟੀ ਜਿਹੀ ਗੱਲ ਨੂੰ ਆਪਣੇ ਆਪ ਨੂੰ ਪੁੱਛੀਏ ਕਿ ਅਸੀਂ ਜਦੋਂ ਗੁਰਦੁਆਰੇ ਦੇ ਵਿੱਚ ਜਾਂਦੇ ਹਾਂ, ਮੱਥਾ ਟੇਕਦੇ ਹਾਂ, ਤਾਂ ਮੱਥਾ ਟੇਕਣ ਦਾ ਅਰਥ ਕੀ ਹੈ ਕਿ ਹੇ ਸਤਿਗੁਰੂ, ਮੈਂ ਆਪਣੀ ਮੱਤ ਤੇਰੇ ਅਰਪਣ ਕੀਤੀ, ਅੱਜ ਤੋਂ ਮੈਂ ਛੱਡੀ ਤੇ ਮੈਂ ਤੇਰੀ ਮੱਤ ਗ੍ਰਹਿਣ ਕੀਤੀ। ਮੱਥੇ ਨੂੰ ਸਤਿਗੁਰੂ ਦੇ ਚਰਨਾਂ ਵਿੱਚ ਝੁਕਾ ਕੇ ਜ਼ਮੀਨ ਤੇ ਲਗਾ ਕੇ ਮੱਥਾ ਟੇਕਣ ਲੱਗਿਆ, ਇਹਦਾ ਅਰਥ ਸਾਡੇ ਵਾਸਤੇ ਇਹੀ ਹੈ ਕਿ ਅਸੀਂ ਆਪਣੀ ਮੱਤ ਛੱਡੀ ਤੇ ਹੇ ਸਤਿਗੁਰੂ, ਅਸੀਂ ਤੇਰੀ ਮੱਤ ਆਪਣੀ ਮੱਤ ਬਣਾ ਲਈ, ਆਪਣੀ ਮੱਤ ਦੇ ਵਿੱਚ ਗ੍ਰਹਿਣ ਕਰ ਲਈ। ਤਾਂ ਆਪਾਂ ਜਿਸ ਤਰ੍ਹਾਂ ਤੀਰਥ ਇਸ਼ਨਾਨ ਕਰਨ ਵਾਲੇ ਇੱਕ ਡੁਬਕੀ ਮਾਰ ਕੇ ਸੋਚ ਲੈਂਦੇ ਹਨ ਕਿ ਮੈਂ ਇਹ ਡੁਬਕੀ ਮਾਰ ਲਈ ਹੈ, ਮੈਨੂੰ ਫਲਾਣੀ ਪ੍ਰਾਪਤੀ ਹੋ ਜਾਏਗੀ, ਉਹਨਾਂ ਦੇ ਮਨ ਦੇ ਵਿੱਚ ਇਹਦੇ ਅਸਲ ਭਾਵ ਦਾ ਵਿਚਾਰ ਨਹੀਂ ਆਉਂਦਾ। ਤਾਂ ਕੀ ਐਸਾ ਤਾਂ ਨਹੀਂ ਹੋ ਰਿਹਾ ਕਿ ਜਦੋਂ ਮੈਂ ਗੁਰਦੁਆਰੇ ਜਾ ਕੇ ਮੱਥਾ ਟੇਕਦਾ ਹਾਂ, ਮੱਥਾ ਟੇਕਣ ਲੱਗਿਆ ਮੈਨੂੰ ਆਪਣੇ ਆਪ ਨੂੰ ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ ਹੇ ਸਤਿਗੁਰੂ, ਆਪਣੇ ਮਨ ਨੂੰ ਪੁੱਛਣਾ ਚਾਹੀਦਾ ਹੈ ਕਿ ਕੀ ਮੈਂ ਮੱਥਾ ਟੇਕਣ ਲੱਗਿਆ ਇਹ ਬੇਨਤੀ ਕੀਤੀ ਕਿ ਹੇ ਸਤਿਗੁਰੂ, ਮੈਂ ਆਪਣੀ ਮੱਤ ਛੱਡੀ ਤੇ ਤੇਰੀ ਮੱਤ ਗ੍ਰਹਿਣ ਕੀਤੀ? ਜੇ ਹੈ, ਅਸੀਂ ਇਸ ਤਰੀਕੇ ਨਾਲ ਕਰ ਰਹੇ ਹਾਂ ਤਾਂ ਉਹ ਕਰਮ ਮੁਬਾਰਕ ਹੈ। ਜੇ ਅਸੀਂ ਇਹ ਆਪਣੇ ਮਨ ਨੂੰ ਸਮਝਾ ਨਹੀਂ ਰਹੇ ਮੱਥਾ ਟੇਕਣ ਲੱਗਿਆ, ਜਾਂ ਅਸੀਂ ਐਕਚੁਅਲੀ ਇਹ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ, ਤਾਂ ਫਿਰ ਇਹ ਮੱਥਾ ਟੇਕਣਾ ਵੀ ਉਨਾ ਹੀ ਵਿਅਰਥ ਹੈ ਜਿੰਨਾ ਸਤਿਗੁਰੂ ਨੇ ਕਿਹਾ ਹੈ ਕਿ ਤੀਰਥ ਇਸ਼ਨਾਨ ਹੈ। ਹਾਂ, ਅਸੀਂ ਇਹ ਕਹਿ ਸਕਦੇ ਹਾਂ ਕਿ ਰਿਗਾਰਡ ਕਰਨ ਲਈ, ਇੱਜ਼ਤ ਕਰਨ ਲਈ ਅਸੀਂ ਮੱਥਾ ਟੇਕ ਦਿੱਤਾ, ਉੱਥੇ ਤੱਕ ਤਾਂ ਠੀਕ ਹੈ, ਪਰ ਜਿਹੜਾ ਅਸਲ ਪਰਪਸ ਸੀ ਉਹ ਤਾਂ ਸਰਵ ਨਹੀਂ ਹੋਇਆ। ਇਸੇ ਤਰ੍ਹਾਂ ਹੀ ਅਸੀਂ ਆਪਣੇ ਬਾਕੀ ਧਾਰਮਿਕ ਕਰਮ ਜੋ ਅਸੀਂ ਬਤੌਰ ਗੁਰੂ ਨਾਨਕ ਦੇ ਸਿੱਖ ਕਰ ਰਹੇ ਹਾਂ, ਸਾਨੂੰ ਹਰ ਉਸ ਕਰਮ ਨੂੰ ਇਸ ਕਸਵੱਟੀ ਦੇ ਉੱਤੇ ਜਾਂਚਣ ਦੀ ਲੋੜ ਹੈ ਕਿ ਕੀ ਅਸੀਂ ਇਹ ਤਾਂ ਨਹੀਂ ਕਰ ਰਹੇ ਜਿਹੜੀ ਗੱਲ ਤੋਂ ਸਾਨੂੰ ਗੁਰੂ ਨੇ ਰੋਕਿਆ ਹੈ। ਕਿਉਂਕਿ ਹਰ ਚੀਜ਼ ਦਾ, ਸਾਡਾ ਹਰ ਕਰਮ ਦਾ ਐਂਡ ਇੱਕੋ ਹੀ ਹੈ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੋ ਇਹ ਦੋਨੋਂ ਪੌੜੀਆਂ ਜਿਹੜੀਆਂ ਨੇ, ਇਹਨਾਂ ਦਾ ਇੱਕ ਕਾਮਨ ਵਿਸ਼ਾ ਹੈ ਕਿ ਅਸੀਂ ਉਸ ਪ੍ਰਭੂ ਦੇ ਨਾਲ ਜੁੜਨਾ ਹੈ, ਨਾ ਕਿਸੇ ਫਾਰਮ ਦੇ ਨਾਲ ਜੁੜਨਾ ਹੈ ਤੇ ਨਾ ਕਿਸੇ ਖਾਸ ਕਰਮ ਦੇ ਨਾਲ ਜੁੜਨਾ ਹੈ। ਔਰ ਇਹ ਗੱਲ ਅਸੀਂ ਦੂਜੇ ਧਰਮਾਂ ਉੱਤੇ ਢੁਕਾਣੀ ਛੱਡ ਕੇ ਸਾਡਾ ਫਰਜ਼ ਇਹ ਬਣਦਾ ਹੈ ਕਿ ਅਸੀਂ ਜੋ ਆਪ ਕਰ ਰਹੇ ਹਾਂ ਉਹਦੇ ਉੱਤੇ ਇਹਨਾਂ ਉਪਦੇਸ਼ਾਂ ਨੂੰ ਢੁਕਾ ਕੇ ਵੇਖੀਏ ਕਿ ਸਾਡੀ ਜ਼ਿੰਦਗੀ ਦੇ ਵਿੱਚ ਕੀ ਅਸੀਂ ਸਤਿਗੁਰੂ ਦੀ ਸਿੱਖਿਆ ਨੂੰ ਅਪਣਾ ਰਹੇ ਹਾਂ, ਸਮਝ ਰਹੇ ਹਾਂ, ਫੋਲੋ ਕਰ ਰਹੇ ਹਾਂ ਕਿ ਨਹੀਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।